आदाब नमस्कार सत श्री अकाल सारे दोस्तों जी। मैं तुहाडा अपना अमन आस्ट्रेलिया तो हाज़र हाँ जी जपजी साहब की व्याख्या की वीडियो नंबर 6 लैके, जिस विच अज असीं गल करांगे मूल मंत्र विच आए अखर अकाल मूरत की। दोस्तों इस वीडियो दे विच असीं दो पॉइंटां नूं डिस्कस करांगे। पहलां डिस्कस करांगे अकाल शब्द दे बारे कि अकाल शब्द किवें हजूर ने मूल मंत्र दे विच रखिया। इस नूं समझण दे लई सब तो पहलां सानूं काल नूं समझना पएगा कि काल की आ। काल मौत ਜਾਂ ਸਮੇਂ ਨੂੰ ਕਹਿੰਦੇ ਆ। ਤਾਂ ਇਸ ਕਾਲ ਨੂੰ ਸਮਝਣ ਦੇ ਲਈ ਆਪਾਂ ਥੋੜਾ ਸਾਇੰਸ ਦਾ ਸਹਾਰਾ ਲਵਾਂਗੇ ਤਾਂ ਕਿ ਸਾਨੂੰ ਜੋ ਹੈ ਉਹ ਲੌਜੀਕਲ ਗੱਲ ਨੂੰ ਅਸੀਂ ਸਮਝ ਸਕੀਏ ਕਿ ਕਿਉਂ ਸੱਚੇ ਪਾਤਸ਼ਾਹ ਨੇ ਅਕਾਲ ਸ਼ਬਦ ਦਾ ਪ੍ਰਯੋਗ ਮੂਲ ਮੰਤਰ ਦੇ ਵਿੱਚ ਕੀਤਾ। ਦੂਸਰਾ ਪੁਆਇੰਟ ਜੋ ਅਸੀਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਉਹ ਹੋਏਗਾ ਵਿਆਕਰਣ ਦਾ, ਗ੍ਰਾਮਰ, ਗੁਰਬਾਣੀ ਗ੍ਰਾਮਰ ਦਾ, कि अकाल मूरत जो शब्द है ये इकट्ठा शब्द बोलिया जाता है, जदों कि पहला मूल मंत्र विच आए शब्द सतनाम, करता पुरख, निरभौ ये जिहड़े ने ये असीं ठहराव दे नाल बोलदे हां, पर अकाल ते मूरत इनू असीं इकट्ठा बोलदे हां। ये क्यों बोलदे हां इकट्ठा, इस दे पिछे व्याकरण कारण है ते असीं उस नूं भी समझण दी कोशिश करांगे गुरबाणी दे विचों। तो चलो जी शुरू करदे हां इस वीडियो नूं जी। दोस्तों सब तो पहलां आपां समझदे हां भी काल किहनूं कहिंदे आ। ਅਸੀਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਹਾਂ ਜੀ ਕਾਲ ਦਾ ਮਤਲਬ ਹੁੰਦਾ ਸਮਾਂ ਜਾਂ ਮੌਤ। ਪਰ ਹੁਣ ਅੱਜ ਅਸੀਂ ਇਸ ਗੱਲ ਨੂੰ ਸਾਇੰਸ ਦੇ ਨਾਲ ਸਮਝਾਂਗੇ ਤਾਂ ਕਿ ਸਾਨੂੰ ਜਿਹੜਾ ਸਮੇਂ ਦਾ ਕਨਸੈਪਟ ਹੈ ਕਿ ਟਾਈਮ ਕੀ ਹੁੰਦਾ, ਸਮਾਂ ਕੀ ਹੁੰਦਾ, ਇਹ ਸਮਝ 'ਚ ਆ ਜੇ। ਦੇਖੋ ਦੋਸਤੋ, ਜਦੋਂ ਕੋਈ ਵੀ ਚੀਜ਼ ਦੇ ਵਿੱਚ ਮੂਵਮੈਂਟ ਹੁੰਦੀ ਆ, ਹਰਕਤ ਹੁੰਦੀ ਆ, ਗਤੀ ਹੁੰਦੀ ਆ, उस मूवमेंट उस गति दे नाल ही सानू समय का पता लगदा। जे किसी चीज़ च मूवमेंट ना होवे, गति ना होवे, हरकत ना होवे तां असी उत्थे समय नू जीरो कहने आ कि समा कुछ नहीं होया, पता नहीं लगदा। जिवें कि हुण आपां उदाहरणां दे नाल भी इस गल नू समझांगे ताकि समझना आसान हो जाए आपां। जिवें पुराने समय दे विच जदों अपने कोल घड़ियां नहीं सी तां आपां समय नूं किवें मापदे सी, किवें पता लगदा सी समय दा कि जदों सवेरे सूरज चढ़दा सी एक जगह तो चढ़दा सी ते एक जगह जाके छप जांदा सी, तां ओह ਜਿਹੜੀ मूवमेंट सीगी धरती दे घुम्मण दी मूवमेंट नूं ਜਿਹੜੀ ਉਹ गति होई, स्पीड हरकत होई, उस हरकत दे नाल सानूं समय दा पता लग्या। फिर रात नूं तारिਆਂ ਦੇ ਨਾਲ पता कीता गया। सूरज पुराने समय ਦੇ ਵਿੱਚ ਸੂਰਜੀ ਘੜੀਆਂ ਹੁੰਦੀਆਂ ਸੀ, ਆਪਾਂ ਸਾਰੇ ਹੀ ਜਾਣਦੇ ਹਾਂ। ਉਹ ਕੀ ਕਰਦੀਆਂ ਸੀ, ਪਰਛਾਵੇਂ ਦੀ ਜਿਹੜੀ ਆ ਜਦੋਂ ਪਰਛਾਵਾਂ ਜਿਹੜਾ ਸੀ ਮੂਵ ਕਰਦਾ ਸੀ ਉਸ ਮੁਤਾਬਕ ਸਮਾਂ ਦੱਸਦੀਆਂ ਸੀ। ਫਿਰ ਹੌਲੀ ਹੌਲੀ ਇਹਨਾਂ ਚੀਜ਼ਾਂ ਨੂੰ ਆਸਾਨ ਕਰਨ ਲਈ ਸਾਡੇ ਕੋਲ ਕੀ ਆ ਗਿਆ, ਕਲੌਕ ਆ ਗਏ, ਘੜੀਆਂ ਆ ਗਈਆਂ। ਪਰ ਤੁਸੀਂ ਗੌਰ ਨਾਲ ਦੇਖੋ ਘੜੀਆਂ ਦੀਆਂ ਸੂਈਆਂ ਦੇ ਵਿੱਚ ਵੀ ਮੂਵਮੈਂਟ ਆ। ਅਸੀਂ ਜਦੋਂ ਕਹਿੰਦੇ ਹਾਂ ਕਿ ਇਹ ਸੂਈ ਇੱਥੇ ਤੋਂ ਇੱਥੇ ਤੱਕ ਪਹੁੰਚੂਗੀ ਤਾਂ 1 ਮਿੰਟ ਹੋਊਗਾ, ਜੇ ਆਹ ਸੂਈ ਇੱਥੇ ਤੋਂ ਇੱਥੇ ਤੱਕ ਘੁੰਮ ਕੇ ਜਾਊਗੀ ਤਾਂ 1 ਘੰਟਾ ਹੋਊਗਾ। ਭਾਵ ਕਿ ਜੋ ਵੀ ਮੂਵਮੈਂਟ ਹੋ ਰਹੀ ਆ, ਜੋ ਕਿਰਿਆ ਹੋ ਰਹੀ ਆ, ਉਹ ਕਿਰਿਆ ਕਰਕੇ ਮੂਵਮੈਂਟ ਦੇ ਕਰਕੇ ਸਾਨੂੰ ਸਮੇਂ ਦਾ ਪਤਾ ਲੱਗਦਾ ਕਿ ਭਾਈ ਕੁਛ ਬਦਲਾਵ ਦੇ ਵਿੱਚ ਆਇਆ ਹੈ। ਇਸੇ ਚੀਜ਼ ਨੂੰ ਅਸੀਂ ਸਮਾਂ ਕਹਿੰਦੇ ਹਾਂ। ਹੁਣ ਨਾ ਇੱਕ ਉਦਾਹਰਨ ਲੈ ਲੈਂਦੇ ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰਨ ਦੇ ਲਈ ਕਿ ਮੰਨ ਲਓ ਵੀ ਆਪਣੇ ਕੋਲ ਇੱਕ ਟਾਈਮ ਮਸ਼ੀਨ ਹੋਵੇ, ਐਸੀ ਟਾਈਮ ਮਸ਼ੀਨ ਜਿਹਦੇ ਵਿੱਚ ਅਸੀਂ ਭਵਿੱਖ 'ਚ ਵੀ ਜਾ ਸਕੀਏ ਅਤੇ ਆਪਾਂ ਉਹਦੇ ਨਾਲ ਪਾਸਟ ਵਿੱਚ ਵੀ ਜਾ ਸਕੀਏ। ਠੀਕ ਆ, ਅਤੇ ਆਪਾਂ ਉਹ ਮਸ਼ੀਨ ਜਿਹੜੀ ਆ ਉਹ ਲੈ ਕੇ ਮੰਨ ਲਓ ਵੀ ਆਪਾਂ ਚੰਦ 'ਤੇ ਚਲੇ ਗਏ, ਕਿਉਂਕਿ ਵੈਸੇ ਤਾਂ ਚੰਦ ਦੀ ਉਮਰ ਜਿਹੜੀ ਆ ਗਲੈਕਸੀ ਦੇ ਹਿਸਾਬ ਨਾਲ ਤਾਂ ਹੈ, ਪਰ ਹੁਣ ਉਦਾਹਰਨ ਨਾਲ ਸਮਝਣ ਦੇ ਲਈ ਕਿ ਕਰੋੜਾਂ ਸਾਲਾਂ ਤੋਂ ਜਦੋਂ ਤੋਂ ਬਿਗ ਬੈਂਗ ਹੋਇਆ, ਕਰੋੜਾਂ ਸਾਲਾਂ ਤੋਂ ਚੰਦ ਦੇ ਉੱਤੇ ਕੋਈ ਵੀ ਹਰਕਤ ਨਹੀਂ ਹੋਈ। ਉਹ ਜਿਵੇਂ ਦਾ ਟੁੱਟਿਆ ਸੀ ਉਵੇਂ ਦਾ ਉਵੇਂ ਬੰਜਰ ਪਿਆ, ਉਹਦੇ ਵਿੱਚ ਕੋਈ ਬਦਲਾਵ ਨਹੀਂ ਆਇਆ, ਉਸ ਜਗ੍ਹਾ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਇਆ ਹੈਗਾ। ਹੁਣ ਆਪਾਂ ਉਸ ਟਾਈਮ ਮਸ਼ੀਨ ਦੇ ਨਾਲ ਚੰਦ ਦੇ ਉੱਤੇ ਚੱਲ ਜਾਈਏ ਅਤੇ ਉਸ टाइम मशीन च भर दिए कि मैनू 10,000 साल पिछे लैके जा, तो जे वो टाइम मशीन इन्नी कैपेबल होवे कि आपां नूं 10,000 साल पिछे लै जाए तो फिर भी जदों असीं टाइम मशीन चों बाहर निकलांगे तो असीं देखांगे कि 10,000 साल पिछे जाण तो बाद भी उत्थे कोई चंद दे उत्ते बदलाव नहीं होया। सो जिमें असीं
ਪਹਿਲਾਂ ਦੇ ਸੀ ਉਵੇਂ ਦੀ ਚੰਦ ਤੇ ਫੇਰ ਆ ਗਏ 10,000 ਸਾਲ ਬਾਅਦ ਵੀ, ਤਾਂ ਆਪਾਂ ਨੂੰ ਬਾਹਰ ਨਿਕਲ ਕੇ ਟਾਈਮ ਮਸ਼ੀਨ ਤੋਂ ਕੀ ਲੱਗੂਗਾ ਕਿ ਇੱਥੇ ਤਾਂ ਕੋਈ ਬਦਲਾਵ ਨਹੀਂ, ਕਿ ਮੈਂ ਉਸੇ ਸਮੇਂ 'ਚ ਫਿਰ ਰਿਹਾ ਜਿੱਥੇ ਮੈਂ ਪਹਿਲਾਂ ਤੋਂ ਸਟਾਰਟ ਕੀਤਾ ਸੀ। ਸੋ ਇਸ ਦਾ ਮਤਲਬ ਕੀ ਹੈ ਕਿ ਜੇ ਸਾਨੂੰ ਕੋਈ ਬਦਲਾਵ ਨਜ਼ਰ ਨਹੀਂ ਆਉਂਦਾ ਤਾਂ ਸਾਨੂੰ ਸਮਾਂ ਵੀ ਕੋਈ ਮਹਿਸੂਸ ਨਹੀਂ ਹੁੰਦਾ ਕਿ ਸਮਾਂ ਹੋਇਆ ਜਾਂ ਨਹੀਂ ਹੋਇਆ। ਸੋ ਸਮਾਂ ਬੇਸਿਕਲੀ ਹੈ ਕਿ ਆਲੇ ਦੁਆਲੇ ਦੀਆਂ ਚੀਜ਼ਾਂ ਦੇ ਵਿੱਚ ਆਉਣ ਵਾਲਾ ਬਦਲਾਵ ਕਰਕੇ ਸਾਨੂੰ ਸਮਾਂ ਮਹਿਸੂਸ ਹੁੰਦਾ, ਸਮੇਂ ਦਾ ਪਤਾ ਲੱਗਦਾ। ਇਹਨੂੰ ਹੁਣ ਆਪਾਂ ਇੱਕ ਹੋਰ ਉਦਾਹਰਨ ਨਾਲ ਵੀ ਸਮਝ ਲੈਂਦੇ ਹਾਂ। ਦੋਸਤੋ, ਸਾਇੰਸ ਦੀ 7ਵੀਂ 8ਵੀਂ ਦੀ ਕਿਤਾਬ ਦੇ ਵਿੱਚ ਨਾ ਇੱਕ ਫਾਰਮੂਲਾ ਆਉਂਦਾ, ਸਪੀਡ ਬਰਾਬਰ ਹੈ ਡਿਸਟੈਂਸ ਓਵਰ ਟਾਈਮ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਗਤੀ ਬਰਾਬਰ ਹੈ ਦੂਰੀ ਬਟਾ ਸਮਾਂ। ਹੁਣ ਇਹ ਫਾਰਮੂਲੇ ਦੇ ਨਾਲ ਆਪਾਂ ਕਾਲ ਦੇ ਕਨਸੈਪਟ ਨੂੰ ਸਮਝਾਂਗੇ ਤੇ ਮੈਂ ਤੁਹਾਨੂੰ ਉਦਾਹਰਨਾਂ ਦਵਾਂਗਾ ਤਾਂ ਕਿ ਤੁਹਾਨੂੰ ਜਿਹੜਾ ਫਾਰਮੂਲਾ ਹੈ ਤੇ ਕਾਲ ਦਾ ਕਨਸੈਪਟ ਹੈ ਉਹ ਬੜੇ ਆਸਾਨੀ ਨਾਲ ਸਮਝ ਆ ਜਾਏ। ਹੁਣ ਦੇਖੋ ਦੋਸਤੋ, ਉਦਾਹਰਨ ਲੈਂਦੇ ਆਪਾਂ ਪਹਿਲੀ ਕਿ ਮੰਨ ਲਓ ਵੀ ਕਿਸੇ ਇਨਸਾਨ ਨੇ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਜਾਣਾ ਤੇ ਉਹ ਕਾਰ ਦੇ ਵਿੱਚ ਜਾ ਰਿਹਾ, ਤਾਂ ਅੰਮ੍ਰਿਤਸਰ ਸਾਹਿਬ ਦੀ ਦੂਰੀ ਦਿੱਲੀ ਤੋਂ ਹੈਗੀ 450 ਕਿਲੋਮੀਟਰ ਦੀ, ਤੇ ਉਹ ਕਾਰ ਦੇ ਵਿੱਚ ਉਸ ਦੂਰੀ ਨੂੰ ਲਗਭਗ 10 ਘੰਟੇ 'ਚ ਤੈਅ ਕਰਦਾ। ਠੀਕ ਹੈ ਜੀ। ਪਰ ਜੇ ਉਹ ਇੱਕ ਹੋਰ ਇਨਸਾਨ ਦਿੱਲੀ ਤੋਂ ਜੋ ਹੈ ਹਵਾਈ ਜਹਾਜ਼ ਦੇ ਵਿੱਚ ਅੰਮ੍ਰਿਤਸਰ ਸਾਹਿਬ ਜਾਂਦਾ ਤਾਂ ਕੀ ਹੁੰਦਾ ਹੈ ਕਿ ਉਹ ਉਹੀ ਦੂਰੀ ਨੂੰ ਘੱਟ ਸਮੇਂ ਵਿੱਚ ਤੈਅ ਕਰ ਲੈਂਦਾ, ਕੇਵਲ 1.5 ਘੰਟੇ ਦੇ ਵਿੱਚ, ਸਵਾ ਘੰਟਾ 1.5 ਘੰਟੇ ਦੇ ਵਿੱਚ। ਸੋ ਇੱਥੋਂ ਆਪਾਂ ਨੂੰ ਕੀ ਪਤਾ ਲੱਗਿਆ ਕਿ ਜਿਵੇਂ ਹੀ ਕਿਸੇ ਚੀਜ਼ ਦੀ ਗਤੀ ਨੂੰ ਵਧਾਇਆ ਜਾਂਦਾ, ਜਿੰਨੀ ਜ਼ਿਆਦਾ ਕੋਈ ਚੀਜ਼ ਤੇਜ਼ੀ ਦੇ ਨਾਲ ਮੂਵਮੈਂਟ ਕਰਦੀ ਆ ਓਨਾ ਹੀ ਸਮਾਂ ਘੱਟ ਜਾਂਦਾ ਤੇ ਦੂਰੀ ਘੱਟ ਜਾਂਦੀ ਆ। ਠੀਕ ਹੈ ਜੀ, ਇਹ ਤਾਂ ਬੜਾ ਸਿੰਪਲ ਜਿਹਾ ਗੱਲ ਹੋ ਗਿਆ। ਤਾਂ ਇੱਥੇ ਹੁਣ ਮੈਂ ਜੋ ਸਕਰੀਨ ਦੇ ਉੱਤੇ ਲਾਇਆ ਜਿਹੜਾ ਫਾਰਮੂਲਾ ਵੀ ਗਤੀ ਬਰਾਬਰ ਹੈ ਦੂਰੀ ਬਟਾ ਸਮਾਂ, ਜਿਵੇਂ ਹੀ ਗਤੀ ਤੀਰ ਉੱਤੇ ਨੂੰ ਜਿਹੜਾ ਗਤੀ ਵਾਲੇ ਪਾਸੇ ਨੂੰ, ਇਹਦਾ ਮਤਲਬ ਇਹੀ ਹੈ ਕਿ ਜਿਵੇਂ ਹੀ ਗਤੀ ਵੱਧਦੀ ਆ ਤਾਂ ਕੀ ਹੁੰਦਾ, ਦੂਰੀ ਤੇ ਸਮਾਂ ਘਟਦਾ ਹੈ। ਠੀਕ ਹੈ ਜੀ, ਇੱਥੇ ਤੱਕ ਜਿਹੜਾ ਹੈ ਇਹ ਫਾਰਮੂਲਾ ਆਪਾਂ ਨੂੰ ਕਲੀਅਰ ਹੋ ਗਿਆ। ਦੋਸਤੋ, ਹੁਣ ਇਸੇ ਫਾਰਮੂਲੇ ਨਾਲ ਆਪਾਂ ਮੌਤ ਦਾ ਕੰਸੈਪਟ ਸਮਝਦੇ ਹਾਂ। ਜਿਵੇਂ ਇੱਕ ਉਦਾਹਰਨ ਲੈਂਦੇ ਹਾਂ ਕਿ ਜਿਵੇਂ ਮੱਛਰ ਹੁੰਦਾ, ਇੱਕ ਮੱਛਰ ਦੀ ਉਮਰ ਜੋ ਹੁੰਦੀ ਆ ਉਹ 1 ਦਿਨ ਦੀ ਹੁੰਦੀ ਆ, ਤੇ ਆਪਣੇ ਇਨਸਾਨਾਂ ਦੀ ਐਵਰੇਜ ਉਮਰ ਮੰਨ ਲਓ ਵੀ 100 ਸਾਲ ਆ। ਠੀਕ ਹੈ ਜੀ। ਜੋ ਕੁਛ ਅਸੀਂ 100 ਸਾਲ ਦੇ ਵਿੱਚ ਕਰਨਾ ਉਹੀ ਸਾਰਾ ਕੁਛ ਮੱਛਰ ਨੇ 1 ਦਿਨ ਵਿੱਚ ਕਰ ਲੈਣਾ, ਪਰ ਸਮੇਂ ਦਾ ਫਰਕ ਆ। ਉਹ ਕਿਉਂ ਫਰਕ ਆ? ਕਿਉਂਕਿ ਅਸੀਂ ਕਦੇ ਮੱਛਰ ਨੂੰ ਜੇ ਗੌਰ ਨਾਲ ਦੇਖੀਏ, ਮੱਛਰ ਦੇ ਸਰੀਰ 'ਚ ਬਹੁਤ ਜ਼ਿਆਦਾ ਗਤੀ ਆ, ਉਹਦੇ ਜਿਹੜੇ ਖੰਭ ਨੇ ਉਹ ਕਿੰਨੇ ਜ਼ਿਆਦਾ ਤੇਜ਼ੀ ਨਾਲ ਹਿਲਦੇ ਨੇ। ਆਪਾਂ ਮੱਛਰ ਨੂੰ ਮਾਰਦੇ ਹਾਂ, ਮੱਛਰ ਨੂੰ ਮਾਰਨ ਦੀ ਜਦੋਂ ਕੋਸ਼ਿਸ਼ ਕਰਦੇ ਹਾਂ ਉਹ ਉੱਡ ਕੇ ਪਰੇ ਨੂੰ ਚਲਿਆ ਜਾਂਦਾ। ਚਾਹੇ ਮੱਖੀ ਲਾ ਲਓ, ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਤੇਜ਼ੀ ਦੇਖੋ ਕਿੰਨੀ ਆ, ਮੂਵਮੈਂਟ। ਹੁਣ ਆਪਾਂ ਫਾਰਮੂਲੇ 'ਚ ਕੀ ਕਿਹਾ ਕਿ ਜਿੰਨੀ ਜ਼ਿਆਦਾ ਮੂਵਮੈਂਟ ਹੋਊਗੀ, ਜਿੰਨੀ ਸਪੀਡ ਵਧੂਗੀ, ਸਮਾਂ ਉਨਾ ਘਟਦਾ ਜਾਊਗਾ। ਸੋ ਮੱਛਰ ਦੀ ਮੂਵਮੈਂਟ ਜਿੰਨੀ ਜ਼ਿਆਦਾ ਤੇਜ਼ੀ ਨਾਲ ਹੁੰਦੀ ਆ ਉਹਦੇ ਲਈ ਸਮਾਂ ਉਨਾ ਘਟਦਾ ਜਾਂਦਾ, ਇਸ ਕਰਕੇ ਉਹਦੀ ਉਮਰ 1 ਦਿਨ ਦੀ ਰਹਿ ਜਾਂਦੀ ਆ। ਮੱਛਰ ਦੇ ਕੰਪੈਰੀਜ਼ਨ ਜਿਹੜੀ ਸਾਡੀ ਮੂਵਮੈਂਟ ਆ ਹੁਣ ਉਹ ਬਹੁਤ ਸਲੋ ਆ, ਜਿਵੇਂ ਮੱਖੀ ਦੇ ਕੰਪੈਰੀਜ਼ਨ ਵੀ ਸਾਡੀ ਮੂਵਮੈਂਟ ਸਲੋ ਆ। ਇਸੇ ਕਰਕੇ ਜਦੋਂ ਆਪਾਂ ਮੱਖੀ ਨੂੰ ਮਾਰਨ ਲੱਗਦੇ ਹਾਂ ਉਹ ਇੱਕਦਮ ਉੱਡ ਕੇ ਪਰੇ ਚਲੀ ਜਾਂਦੀ ਹੈ। ਕਿਉਂ? ਕਿਉਂਕਿ ਉਹਦੀ ਮੂਵਮੈਂਟ 'ਚ ਬਹੁਤ ਜ਼ਿਆਦਾ ਤੇਜ਼ੀ ਆ, ਤੇ ਉਹਦੀ ਮੂਵਮੈਂਟ ਕਰਕੇ ਉਹਨਾਂ ਨੂੰ, ਮੱਖੀ ਨੂੰ ਅਸੀਂ ਬਹੁਤ ਸਲੋ ਲੱਗਦੇ ਹਾਂ ਤੇ ਉਹਨੂੰ ਉੱਡ ਕੇ ਜਾਣਾ ਆਸਾਨ ਹੁੰਦਾ ਕਿਉਂਕਿ ਉਹਦੀ ਸਰੀਰ ਦੇ ਵਿੱਚ ਮੂਵਮੈਂਟ ਜ਼ਿਆਦਾ ਆ। ਸੋ ਜਿਵੇਂ ਹੀ ਸਪੀਡ ਵੱਧਦੀ ਆ ਉਵੇਂ ਹੀ ਜੋ ਦੂਰੀ ਆ, ਡਿਸਟੈਂਸ ਆ, ਜਿਹੜਾ ਉਹਦਾ ਲਾਈਫ ਸਪੈਨ ਆ ਉਹ ਘਟਦਾ ਚਲਿਆ ਜਾਂਦਾ, ਟਾਈਮ ਘਟਦਾ ਚਲਿਆ ਜਾਂਦਾ। ਸੋ ਇਹ ਕਨਸੈਪਟ ਤੋਂ ਅੱਗੇ ਹੁਣ ਆਪਾਂ ਇੱਕ ਹੋਰ ਕਨਸੈਪਟ ਨੂੰ ਸਮਝਦੇ ਹਾਂ। ਦੇਖੋ ਦੋਸਤੋ, ਇਸੇ ਤਰ੍ਹਾਂ ਜਿਹੜਾ ਇਨਸਾਨੀ ਸਰੀਰ ਹੈ, ਇਨਸਾਨੀ ਸਰੀਰ 'ਚ ਵੀ ਮੂਵਮੈਂਟ ਹੁੰਦੀਆਂ ਨੇ, ਜਿਵੇਂ ਹਾਰਟ ਦਾ ਪੰਪ ਕਰਨਾ, ਬਲੱਡ ਦਾ ਫਲੋ ਕਰਨਾ, ਬਲੱਡ ਦੇ ਨਾਲ ਆਕਸੀਜਨ ਦਾ ਪੂਰੇ ਸਰੀਰ 'ਚ ਫਲੋ ਕਰਨਾ, ਲੀਵਰ ਦਾ ਫੂਡ ਨੂੰ ਡਾਈਜੈਸਟ ਕਰਨਾ। ਜਿੰਨੀਆਂ ਵੀ ਇਹ ਕਿਰਿਆਵਾਂ ਹੋ ਰਹੀਆਂ ਨੇ, ਚਾਹੇ ਸਾਡੇ ਸਰੀਰ 'ਚ ਐਸਿਡ ਬਣ ਰਿਹਾ, ਇਹ ਸਾਰੀਆਂ ਕਿਰਿਆਵਾਂ ਜਿਹੜੀਆਂ ਨੇ ਇਹ ਕਿਸ ਕਰਕੇ ਹੋ ਰਹੀਆਂ ਨੇ? ਗਤੀ ਕਰਕੇ ਹੋ ਰਹੀਆਂ ਨੇ। ਜਿਵੇਂ ਜਿਵੇਂ ਇਹਨਾਂ ਚੀਜ਼ਾਂ ਦੀ ਗਤੀ ਨੂੰ ਅਸੀਂ ਵਧਾਉਂਦੇ ਚਲੇ ਜਾਂਦੇ ਹਾਂ ਤਾਂ ਸਾਡਾ ਲਾਈਫ ਸਪੈਨ ਘਟਦਾ ਚੱਲ ਜਾਂਦਾ। ਇਹ ਫਾਰਮੂਲੇ ਦੇ ਮੁਤਾਬਕ ਇਸ ਗੱਲ ਦਾ ਜੋਗੀਆਂ ਨੂੰ ਪਤਾ ਸੀ। ਜੋਗੀਆਂ ਨੇ ਕੀ ਕਰਨ ਦੀ ਕੋਸ਼ਿਸ਼ ਕੀਤੀ? ਉਹਨਾਂ ਨੇ ਆਪਣੀਆਂ ਉਮਰਾਂ ਲੰਬੀਆਂ ਕਰਨ ਲਈ ਕੀ ਕੀਤਾ? ਉਹਨਾਂ ਨੇ ਆਪਣੇ ਸਰੀਰ ਦੀਆਂ ਕਿਰਿਆਵਾਂ ਨੂੰ ਘਟਾਤਾ। ਉਹਨਾਂ ਨੇ ਇਹੀ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ, ਕਿਉਂਕਿ ਜਿਹੜਾ ਸਾਡਾ ਹਾਰਟ ਪੰਪ ਹੁੰਦਾ ਉਹ ਸਾਹ ਦੇ ਮੁਤਾਬਕ ਹੁੰਦਾ, ਜੇ ਅਸੀਂ ਸਾਹ ਦੇ ਉੱਤੇ ਪ੍ਰਾਣਾਯਾਮ ਦੇ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡਾ ਹਾਰਟ ਦੀ ਜਿਹੜੀ ਬੀਟ ਆ ਉਹ ਸਲੋ ਹੋ ਜਾਂਦੀ ਆ, ਤੇ ਉਹਦੇ ਨਾਲ ਜੋ ਸਾਡੇ ਬਾਡੀ ਦੇ ਵਿੱਚ ਜਿੰਨੀ ਕਿਰਿਆਵਾਂ ਹੋ ਰਹੀਆਂ ਨੇ ਉਹ ਸਲੋ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਹੁੰਦੀਆਂ ਨੇ ਪਰ ਸਲੋ।
ਪੂਰੀ ਤਰ੍ਹਾਂ ਤਾਂ ਨਿਯੰਤਰਣ ਨਹੀਂ ਪਾਇਆ ਜਾ ਸਕਦਾ, ਪਰ ਯੋਗੀਆਂ ਨੇ ਇੱਥੇ ਤੱਕ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਦੀ ਉਮਰ ਵੱਧ ਸਕੇ। ਸੋ ਇਸ ਫਾਰਮੂਲੇ ਦੇ ਮੁਤਾਬਕ ਇਹ ਯੋਗੀਆਂ ਨੂੰ ਉਸ ਸਮੇਂ ਵੀ ਪਤਾ ਸੀ, ਪਰ ਇਸ ਦਾ ਰੱਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਉਮਰ ਦੀ ਗੱਲ ਚੱਲ ਰਹੀ ਹੈ। ਇੱਕ ਹੋਰ ਉਦਾਹਰਨ ਲੈ ਲਓ, ਜਿਵੇਂ ਮੰਨ ਲਓ ਆਪਣੇ ਘਰੇ ਕਲੌਕ ਹੁੰਦਾ, ਕਲੌਕ ਆਪਾਂ ਖਰੀਦ ਲਿਆਏ, ਠੀਕ ਆ, ਤੇ ਜਿਹੜਾ ਦੁਕਾਨਦਾਰ ਆ ਉਹ ਆਪਾਂ ਨੂੰ ਕਹਿੰਦਾ ਵੀ ਕਲੌਕ ਦੀ ਜਿਹੜੀ ਆ ਮੈਂ ਤੁਹਾਨੂੰ 2 ਸਾਲ ਦੀ ਗਾਰੰਟੀ ਦਿੰਦਾ ਵੀ ਕਿਤੇ ਨਹੀਂ ਜਾਂਦਾ। ਉਹਦਾ ਮਤਲਬ ਕੀ ਆ? ਉਹਦਾ ਮਤਲਬ ਇਹ ਆ ਕਿ ਕਲੌਕ 'ਚ ਜਿਹੜੇ ਲੱਗੇ ਹੋਏ ਅੰਦਰ ਉਹਦੇ ਪੁਰਜੇ ਨੇ, ਮਸ਼ੀਨਰੀ ਆ, ਉਹ ਕਿਉਂਕਿ ਗਤੀ ਕਰਨਗੇ ਨਾ, ਗਤੀ ਕਰਨ ਦੇ ਨਾਲ ਕੀ ਹੋਣਾ, ਪੁਰਜੇ ਘਸਣੇ ਨੇ। ਪੁਰਜੇ ਜਦੋਂ ਘਸਣਗੇ ਤਾਂ ਉਸ ਦੀ ਗਾਰੰਟੀ ਲੈ ਰਿਹਾ ਕਿ 2 ਸਾਲ ਤੱਕ ਇਹ ਪੁਰਜੇ ਘਸਣਗੇ ਨਹੀਂ। ਉਹਦਾ ਸਿਰਫ ਇੰਨਾ ਹੀ ਕਹਿਣ ਦਾ ਮਤਲਬ ਆ। ਜੇ ਮੰਨ ਲਓ ਆਪਾਂ ਘਰੇ ਕਲੌਕ ਲਿਆ, 1 ਸਾਲ ਚਲਾ ਲਿਆ, ਉਹ ਤੋਂ ਬਾਅਦ ਕੀ ਕੀਤਾ, ਆਪਾਂ 5 ਸਾਲ ਲਈ ਉਹਦੀ ਬੈਟਰੀ ਕੱਢ ਕੇ ਬਾਹਰ ਰੱਖਤੀ, 5 ਸਾਲ ਬਾਅਦ ਆਪਾਂ ਨੇ ਫਿਰ ਬੈਟਰੀ ਚੱਕ ਕੇ ਪਾਤੀ, ਤਾਂ ਫਿਰ ਕੀ ਹੋਇਆ, ਉਸ ਕਲੌਕ ਦੀ ਜਿਹੜੀ ਗਤੀ ਆਪਾਂ ਰੋਕਤੀ ਸੀ ਉਹ ਦੁਬਾਰਾ ਚੱਲਣ ਲੱਗ ਗਈ ਨਾ। ਹੁਣ ਉਹ ਜਿਹੜੀ ਦੁਬਾਰਾ ਗਤੀ ਚੱਲਣ ਲੱਗੀ ਤਾਂ ਉਹਦੇ ਨਾਲ ਕੀ ਹੋਇਆ ਕਿ 5 ਸਾਲ ਆਪਾਂ ਨੇ ਰੋਕੀ ਰੱਖੀ, 2 ਦੀ ਉਹ ਗਾਰੰਟੀ ਦਿੰਦਾ, ਭਾਵ ਕਿ 7 ਸਾਲ ਤੱਕ ਲੈ ਗਏ ਆਪਾਂ ਕਲੌਕ ਦੀ ਲਾਈਫ ਨੂੰ। ਐਦਾਂ ਹੀ ਯੋਗੀਆਂ ਨੇ ਕੀ ਕੀਤਾ ਵੀ ਜਿਹੜੇ ਸਾਡੇ ਅੰਦਰੂਨੀ ਪੁਰਜੇ ਨੇ, ਚੱਲਦੇ ਨੇ ਬੋਡੀ ਦੇ ਔਰਗਨ, ਇਹ ਜਿਹੜੇ ਨੇ ਇਹਨਾਂ ਦੀ ਘਸਾਈ ਘਟਾਈ ਜਾਵੇ ਤਾਂ ਕਿ ਜੋ ਹੈ ਸਾਡਾ ਲਾਈਫ ਸਪੈਨ ਵੱਧ ਸਕੇ, ਉਮਰ ਲੰਬੀ ਹੋ ਸਕੇ। ਇਹ ਮੌਤ ਦੇ ਕਨਸੈਪਟ ਦੇ ਨਾਲ ਐਦਾਂ ਯੋਗੀਆਂ ਨੇ ਪਲੇ ਕੀਤਾ ਹੈ। ਦੋਸਤੋ, ਸਮੇਂ ਦੇ ਨਾਲ ਨਾਲ ਇਹ ਵੀ ਇੱਕ ਧਾਰਨਾ ਲੋਕਾਂ ਵਿੱਚ ਪੈਦਾ ਹੋ ਗਈ ਸੀ ਕਿ ਕੀ ਸਮਾਂ ਜਿਹੜਾ ਇਹੀ ਪਰਮਾਤਮਾ ਤਾਂ ਨਹੀਂ। ਕਿਉਂ? ਕਿਉਂਕਿ ਇੱਕ ਆਮ ਆਪਣੇ ਪ੍ਰਚਲਿਤ ਧਾਰਨਾ ਆਪਾਂ ਕਹਿੰਦੇ ਜੀ ਸਮਾਂ ਸਭ ਤੋਂ ਬੜਾ ਜੀ, ਮੌਤ ਇਹ ਸੱਚ ਹੈ ਜੀ। ਸੋ ਇਹ ਗੱਲਾਂ ਦੀ ਪ੍ਰਚਲਿਤ ਕਿਉਂ ਹੋਈਆਂ ਸੀ ਧਾਰਨਾਵਾਂ? ਕਿਉਂਕਿ ਲੋਕਾਂ ਨੇ ਇਹ ਵੀ ਓਬਜ਼ਰਵ ਕੀਤਾ, ਇਹ ਵੀ ਦੇਖਿਆ ਕਿ ਜਿਹੜਾ ਸਮਾਂ ਹੈ ਉਹ ਸਾਰਿਆਂ ਨੂੰ ਖਤਮ ਕਰਦਾ ਹੈ, ਪਰ ਸਮਾਂ ਖਤਮ ਨਹੀਂ ਹੋ ਰਿਹਾ। ਤਾਂ ਲੋਕਾਂ ਨੇ ਸੋਚਿਆ ਕਿ ਕਿਤੇ ਸਮਾਂ ਹੀ ਤਾਂ ਨਹੀਂ ਪਰਮਾਤਮਾ। ਪਰ ਵੇਦਾਂ ਨੇ ਇਸ ਗੱਲ ਨੂੰ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ। ਵੇਦਾਂ ਨੇ ਕਿਹਾ ਕਿ ਜਿਸ ਨੂੰ ਤੁਸੀਂ ਕਾਲ ਕਹਿੰਦੇ ਹੋ ਇਹ ਪਰਮਾਤਮਾ ਨਹੀਂ। ਤਾਂ ਵੇਦਾਂ ਨੇ ਇੱਕ ਨਵਾਂ ਸ਼ਬਦ ਦਿੱਤਾ ਸੀ, ਮਹਾਕਾਲ। ਕਾਲ ਤੋਂ ਵੀ ਜੋ ਬੜਾ ਹੋਵੇ ਉਹਨੂੰ ਮਹਾਕਾਲ ਕਹਿੰਦੇ ਆ। ਤਾਂ ਫਿਰ ਕੀ ਹੋਇਆ ਕਿ ਹੌਲੀ ਹੌਲੀ ਸਮੇਂ ਦੇ ਨਾਲ ਲੋਕਾਂ ਨੇ ਮਹਾਕਾਲ ਸ਼ਬਦ ਜੋ ਆ ਉਹ ਸ਼ਿਵ ਦੇ ਨਾਲ ਜੋੜ ਦਿੱਤਾ। ਹੁਣ ਨਾ ਤਾਂ ਲੋਕਾਂ ਨੂੰ ਸ਼ਿਵ ਦਾ ਕਨਸੈਪਟ ਪਤਾ ਸੀਗਾ ਕਿ ਸ਼ਿਵ ਅਕਾਲ ਪੁਰਖ ਪਰਮਾਤਮਾ ਨੂੰ ਹੀ ਕਹਿੰਦੇ ਆ, ਨਾ ਤਾਂ ਹੁਣ ਲੋਕਾਂ ਨੂੰ ਸ਼ਿਵ ਦਾ ਪਤਾ ਸੀ। ਸ਼ਿਵ ਦੀ ਲੋਕਾਂ ਨੇ ਮੂਰਤੀ ਕੱਢ ਲਈ ਸੀ ਤੇ ਉਹ ਮੂਰਤੀ ਪੂਜਕ ਬਣ ਗਏ ਸੀ। ਪਰ ਗੁਰੂ ਨਾਨਕ ਸਾਹਿਬ ਨੇ ਇਹੀ ਤਾਂ ਲੋਕਾਂ ਨੂੰ ਕਲੀਅਰ ਕਰਨਾ ਸੀ ਕਿ ਭਾਈ ਜਿਹਨੂੰ ਸਮੇਂ ਨੂੰ ਜਾਂ ਮਹਾਕਾਲ ਨੂੰ ਤੁਸੀਂ ਸ਼ਿਵ ਜੀ ਨਾਲ ਜੋੜ ਰਹੇ ਹੋ, ਮੂਰਤੀ ਬਣਾ ਰਹੇ ਹੋ ਜਿਸ ਚੀਜ਼ ਦੀ, ਮੂਰਤੀ ਦੇ ਉੱਤੇ ਤਾਂ ਆਪ ਸਮੇਂ ਦਾ ਇਫੈਕਟ ਆ। ਮੂਰਤੀਆਂ ਨੂੰ ਜੰਗ ਲੱਗ ਜਾਂਦੀ ਹੈ ਸਮੇਂ ਦੇ ਨਾਲ, ਮੂਰਤੀਆਂ ਪੁਰਾਣੀਆਂ ਹੋ ਜਾਂਦੀਆਂ ਸਮੇਂ ਦੇ ਨਾਲ। ਸੋ ਜਿਸ ਮੂਰਤੀ ਨੂੰ ਤੁਸੀਂ ਸ਼ਿਵ ਘੜ ਕੇ ਤੇ ਤੁਸੀਂ ਮਹਾਕਾਲ ਕਹਿ ਰਹੇ ਹੋ, ਤਾਂ ਇਹਦੇ ਨਾਲ ਕੀ ਸੀ, ਕਨਫਿਊਜ਼ਨ ਹੁੰਦੀ ਸੀ। ਤਾਂ ਗੁਰੂ ਨਾਨਕ ਨੇ ਕਿਹਾ ਕਿ ਹੁਣ ਜਿਹੜਾ ਮਹਾਕਾਲ ਵੇਦਾਂ 'ਚ ਸ਼ਬਦ ਆਇਆ ਇਹ ਵੀ ਕਨਫਿਊਜ਼ਨ ਦਾ ਕਾਰਨ ਬਣਦਾ ਜਾ ਰਿਹਾ ਹੈ। ਤਾਂ ਸੱਚੇ ਪਾਤਸ਼ਾਹ ਨੇ ਉਸ ਗੱਲ ਨੂੰ ਕਲੀਅਰ ਕਰਨ ਦੇ ਲਈ ਮਹਾਕਾਲ ਸ਼ਬਦ ਦੀ ਜਗ੍ਹਾ ਤੇ ਫਿਰ ਅਕਾਲ ਸ਼ਬਦ ਵਰਤਿਆ। ਅਕਾਲ ਸ਼ਬਦ ਨਾਲ ਇੱਕ ਤਾਂ ਇਹ ਗੱਲ ਕਲੀਅਰ ਹੁੰਦੀ ਸੀ ਕਿ ਕੋਈ ਵੀ ਬੰਦਾ ਮੂਰਤੀ, ਸ਼ਿਵ ਜੀ ਦੀ ਮੂਰਤੀ ਵੱਲ ਧਿਆਨ ਨਹੀਂ ਸੀ ਜਾਂਦਾ ਉਹਦਾ, ਕਿਉਂਕਿ ਸਿੱਧਾ ਹੀ ਜਦੋਂ ਅਕਾਲ ਕਿਹਾ ਤਾਂ ਅਕਾਲ ਦਾ ਮਤਲਬ ਅਕਾਲ ਆ ਜੋ ਸਮੇਂ ਤੋਂ ਪਰੇ ਹੈ ਜਾਂ ਸਮੇਂ ਤੋਂ ਬੜਾ ਹੈ। ਲੇਕਿਨ ਜੇ ਮਹਾਕਾਲ ਕਹਿੰਦੇ ਆ ਤਾਂ ਸਿੱਧਾ ਹੀ ਲੋਕਾਂ ਦਾ ਜੋ ਹੈ ਧਿਆਨ, ਜੋ ਲੋਕ ਨਹੀਂ ਜਾਣਦੇ, ਉਹ ਮੂਰਤੀ ਦੇ ਨਾਲ ਜੁੜਦੇ ਸੀ। ਤਾਂ ਗੁਰੂ ਨਾਨਕ ਸਾਹਿਬ ਨੇ ਬੜੇ ਹੀ ਸੰਜੀਦਾ ਤਰੀਕੇ ਦੇ ਨਾਲ ਮੂਲ ਮੰਤਰ ਦੇ ਵਿੱਚ ਅਕਾਲ ਸ਼ਬਦ ਨੂੰ ਰੱਖਿਆ। ਹੁਣ ਆਪਾਂ ਅੱਗੇ ਸਮਝਦੇ ਹਾਂ ਵੀ ਅਕਾਲ ਸ਼ਬਦ ਦੇ ਨੂੰ ਜੋ ਰੱਖਿਆ ਗੁਰੂ ਸਾਹਿਬ ਨੇ ਮੂਲ ਮੰਤਰ 'ਚ, ਇਹਦੇ ਪਿੱਛੇ ਦੀ ਵੀ ਸਾਇੰਸ ਕੀ ਆ। ਦੋਸਤੋ, ਸਾਇੰਸ ਮੰਨਦੀ ਹੈ ਕਿ ਇੱਕ ਬਹੁਤ ਬੜਾ ਧਮਾਕਾ ਹੋਇਆ ਸੀ 13.7 ਬਿਲੀਅਨ ਸਾਲ ਪਹਿਲਾਂ। ਉਸ ਧਮਾਕੇ ਤੋਂ ਬਾਅਦ ਹੀ ਸਾਡੀ ਸ੍ਰਿਸ਼ਟੀ ਦੀ ਰਚਨਾ ਹੋਈ ਆ। ਸੋ ਇਸ ਧਮਾਕੇ ਨੂੰ ਇੰਗਲਿਸ਼ ਦੇ ਵਿੱਚ ਬਿਗ ਬੈਂਗ ਕਹਿੰਦੇ ਨੇ। ਤਾਂ ਸਾਇੰਸ ਮੰਨਦੀ ਆ ਕਿ ਬਿਗ ਬੈਂਗ ਤੋਂ ਪਹਿਲਾਂ ਕੁਝ ਵੀ ਨਹੀਂ ਸੀਗਾ। ਪਰ ਗੁਰੂ ਸਾਹਿਬ ਜਾਂ ਆਪਣੇ ਧਾਰਮਿਕ ਗ੍ਰੰਥ ਇਹ ਮੰਨਦੇ ਨੇ ਕਿ ਜਦੋਂ ਕੁਛ ਵੀ ਨਹੀਂ ਸੀ, ਕੋਈ ਸ੍ਰਿਸ਼ਟੀ ਨਹੀਂ ਸੀ ਬਣੀ, ਕੁਛ ਨਹੀਂ ਸੀਗਾ, ਤਾਂ ਵੀ ਅਕਾਲ ਪੁਰਖ ਸੀਗਾ। ਸੋ ਹੁਣ ਆਪਾਂ ਇਸ ਗੱਲ ਨੂੰ ਸਮਝਦੇ ਹਾਂ। ਦੇਖੋ, ਇਹ ਜਿਹੜਾ ਚਿੱਤਰ ਤੁਹਾਡੀ ਸਕਰੀਨ ਤੇ ਆ ਰਿਹਾ, ਇਹ ਨਾਸਾ ਨੇ ਜਿਹੜਾ ਇਹ ਰਿਲੀਜ਼ ਕੀਤਾ ਸੀਗਾ। ਇਹ ਚਿੱਤਰ ਐਵੇਂ ਹੈ ਕਿ ਧਮਾਕਾ ਹੋਇਆ, ਜੇ ਤੁਸੀਂ ਖੱਬੇ ਪਾਸੇ ਤੋਂ ਚਿੱਟੇ ਜਿਹੇ ਰੰਗ ਦੀ ਰੋਸ਼ਨੀ ਦੇਖ ਰਹੇ ਹੋ, ਇਹ ਹੈ ਧਮਾਕੇ ਦੀ। ਤੇ ਧਮਾਕੇ ਤੋਂ ਬਾਅਦ ਕੀ ਹੋਇਆ ਕਿ
ਜਿਹੜਾ ਇਹ ਸਮਾਂ ਹੈ ਤੇ ਸਪੇਸ ਆ ਉਹ ਬਣ ਗਈ ਕਿ ਜਿਵੇਂ ਜਿਵੇਂ ਸਮਾਂ ਵੱਧਦਾ ਗਿਆ ਤੇ ਸਪੇਸ ਦੇ ਵਿੱਚ ਜੋ ਮੈਟਰ ਆ ਉਹ ਫੈਲਦਾ ਗਿਆ। ਸੋ ਆ ਜਿਹੜੇ ਤੁਸੀਂ ਖਾਨੇ ਦੇਖ ਰਹੇ ਹੋ ਇਹ ਸਪੇਸ ਦਰਸਾ ਰਹੇ ਨੇ ਤੇ ਇਹਦੇ ਵਿੱਚ ਜੋ ਮੈਟਰ ਹੈ, ਜੋ ਗ੍ਰਹਿ ਵਗੈਰਾ ਨੇ ਉਹ ਟੁੱਟ ਕੇ ਅਲੱਗ ਹੁੰਦੇ ਦਿਖਾਈ ਦੇ ਰਹੇ ਨੇ। ਤੇ ਜਿਹੜਾ ਇਹ ਲਾਈਨ ਹੈ, ਇਹ ਇਸ ਥੱਲੇ ਲਾਈਨ ਦਿਖ ਰਹੀ ਹੈ ਲੰਬੀ ਸਾਰੀ ਤੁਹਾਨੂੰ, ਇਹ ਸਮਾਂ ਦੱਸ ਰਹੀ ਹੈ ਕਿ ਜਿਵੇਂ ਜਿਵੇਂ ਸਮਾਂ ਵੱਧਦਾ ਗਿਆ ਉਵੇਂ ਉਵੇਂ ਜੋ ਮੈਟਰ ਹੈ, ਜੋ ਮਾਦਾ ਪਦਾਰਥ ਆ ਉਹ ਫੈਲਦਾ ਗਿਆ। ਸੋ ਇਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਹੋਈ ਆ। ਦੋਸਤੋ ਸਾਇੰਸ ਇਹ ਗੱਲ ਕਹਿੰਦੀ ਹੈ ਕਿ ਜਦੋਂ ਬਿਗ ਬੈਂਗ ਬੜਾ ਧਮਾਕਾ ਨਹੀਂ ਸੀ ਹੋਇਆ ਤਾਂ ਉਦੋਂ ਜਿਹੜਾ ਸਮਾਂ ਸੀ ਉਹ ਬਣਿਆ ਨਹੀਂ ਸੀ, ਨਾ ਹੀ ਸਪੇਸ ਬਣੀ ਸੀ। ਜਦੋਂ ਬੜਾ ਧਮਾਕਾ ਹੋਇਆ ਉਦੋਂ ਹੀ ਟਾਈਮ ਤੇ ਸਪੇਸ ਬਣੀ ਆ, ਉਹ ਤੋਂ ਪਹਿਲਾਂ ਨਾ ਸਮਾਂ ਸੀ ਨਾ ਹੀ ਸਪੇਸ ਸੀ। ਸੋ ਜਦੋਂ ਸਪੇਸ ਵੀ ਨਹੀਂ ਸੀ ਤਾਂ ਮਾਦਾ ਪਦਾਰਥ ਫੈਲਦਾ ਕਿੱਥੇ, ਪਦਾਰਥ ਵੀ ਨਹੀਂ ਫੈਲ ਸਕਦਾ ਸੀ ਕਿਉਂਕਿ ਕਿਸੇ ਚੀਜ਼ ਨੂੰ ਫੈਲਣ ਦੀ ਸਪੇਸ ਚਾਹੀਦੀ ਆ। ਸੋ ਸਾਇੰਸ ਇਹ ਗੱਲ ਕਹਿੰਦੀ ਹੈ ਕਿ ਜਦੋਂ ਬਿਗ ਬੈਂਗ ਨਹੀਂ ਸੀ ਹੋਇਆ ਤਾਂ ਉਦੋਂ ਨਾ ਸਮਾਂ ਸੀ ਨਾ ਸਪੇਸ ਸੀ, ਬਿਗ ਬੈਂਗ ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਪਰ ਸਾਡੇ ਧਾਰਮਿਕ ਗ੍ਰੰਥ ਜਾਂ ਸਾਡੇ ਗੁਰੂ ਸਾਹਿਬਾਨ ਇਹ ਗੱਲ ਕਹਿੰਦੇ ਨੇ ਕਿ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਜਦੋਂ ਕੁਝ ਵੀ ਨਹੀਂ ਸੀ, ਕੋਈ ਸ੍ਰਿਸ਼ਟੀ ਨਹੀਂ ਸੀ ਬਣੀ, ਉਦੋਂ ਵੀ ਅਕਾਲ ਪੁਰਖ ਪਰਮਾਤਮਾ ਸੀ ਤੇ ਉਹ ਜੋ ਉਸ ਅਕਾਲ ਪੁਰਖ ਪਰਮਾਤਮਾ ਦੀ ਜੋ ਅਵਸਥਾ ਸੀ ਉਸ ਅਵਸਥਾ ਨੂੰ, ਉਸ ਸਟੇਟ ਨੂੰ ਗੁਰੂ ਨਾਨਕ ਸਾਹਿਬ ਨੇ ਸੁੰਨ ਕਿਹਾ ਹੈ। ਦੇਖੋ ਗੁਰੂ ਨਾਨਕ ਸਾਹਿਬ ਬਾਣੀ ਦੇ ਵਿੱਚ ਲਿਖਦੇ ਨੇ, ਅਰਬਦ ਨਰਬਦ ਧੰਦੂ ਘਾਰਾ, ਧਰਨ ਨਾ ਗਗਨ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏ ਦਾ। ਕਿ ਅਕਾਲ ਪੁਰਖ ਪਰਮਾਤਮਾ ਸੁੰਨ ਸਮਾਧ ਵਾਲੀ ਅਵਸਥਾ ਦੇ ਵਿੱਚ ਸੀ, ਸਟੇਟ ਦੇ ਵਿੱਚ ਸੀ। ਹੁਣ ਗੁਰੂ ਨਾਨਕ ਇਹਨੂੰ ਸੁੰਨ ਕਿਉਂ ਕਹਿੰਦੇ ਨੇ, ਹੁਣ ਇਸ ਗੱਲ ਨੂੰ ਸਮਝਦੇ ਹਾਂ। ਕਿਉਂਕਿ ਦੇਖੋ ਜਦੋਂ ਸਮਾਂ ਵੀ ਜ਼ੀਰੋ ਆ, ਸਪੇਸ ਵੀ ਜ਼ੀਰੋ ਆ, ਜਦੋਂ ਇਹਦਾ ਮਤਲਬ ਕੀ ਹੈ, ਕੋਈ ਗਤੀ ਨਹੀਂ ਹੋ ਰਹੀ। ਕਿਉਂਕਿ ਪਦਾਰਥ ਦੇ ਵਿੱਚ ਗਤੀ ਤਾਂ ਹੋਊਗੀ ਨਾ ਜੇ ਸਪੇਸ ਹੋਊਗੀ ਤੇ ਪਦਾਰਥ ਨੂੰ ਫੈਲਣ ਦਾ ਸਮਾਂ ਵੀ ਹੋਊਗਾ। ਪਰ ਜਦੋਂ ਪਦਾਰਥ ਫੈਲ ਹੀ ਨਹੀਂ ਰਿਹਾ ਤਾਂ ਕੀ ਆ, ਉਹ ਸਟਿਲ ਸਟੇਟ ਦੇ ਵਿੱਚ ਆ, ਜਾਂ ਪਦਾਰਥ ਹੈ ਹੀ ਨਹੀਂ, ਪਦਾਰਥ ਹਲੇ ਕ੍ਰੀਏਟ ਹੀ ਨਹੀਂ ਹੋਇਆ। ਉਹ ਜਿਹੜੀ ਸਟੇਟ ਆ, ਜਦੋਂ ਉਸ ਸਟੇਟ ਦੇ ਵਿੱਚ ਨਾ ਸਮਾਂ ਹੈ ਨਾ ਸਪੇਸ ਆ, ਤਾਂ ਫਿਰ ਉਹ ਸਟੇਟ ਦੇ ਵਿੱਚ ਕੋਈ ਮੂਵਮੈਂਟ ਨਹੀਂ ਹੋ ਰਹੀ, ਕੋਈ ਹਰਕਤ ਨਹੀਂ ਹੋ ਰਹੀ। ਜਿਸ ਚੀਜ਼ ਦੇ ਵਿੱਚ ਕੋਈ ਹਰਕਤ ਨਾ ਹੁੰਦੀ ਹੋਵੇ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਆ, ਸੁੰਨ ਕਹਿੰਦੇ ਆ। ਜਿਵੇਂ ਉਦਾਹਰਨ ਵਜੋਂ ਜਿਵੇਂ ਆਪਾਂ ਇੱਕ ਕੱਛੂ ਨੂੰ ਦੇਖੀਏ, ਕੱਛੂ ਦੀ ਜੇ ਟੋਪੀ ਤੇ ਮਾੜਾ ਜਿਹਾ ਵੀ ਕੋਈ ਹੱਥ ਲਾ ਦੇਵੇ, ਕੱਛੂ ਸਾਰੀਆਂ ਹੱਥ ਪੈਰ ਗਰਦਨ ਅੰਦਰ ਕਰ ਲੈਂਦਾ ਤੇ ਉਦੋਂ ਜਿਹੜਾ ਉਹ ਸਾਹ ਰੋਕ ਕੇ ਅੰਦਰ ਬਹਿ ਜਾਂਦਾ, ਉਸ ਸਟੇਟ ਨੂੰ ਆਪਾਂ ਕੀ ਕਹਿੰਦੇ ਆ ਵੀ ਸੁੰਨ ਹੋਇਆ ਬੈਠਾ ਕੱਛੂ। ਉਹ ਸੁੰਨ ਸਟੇਟ ਆ। ਸੁੰਨ ਸਟੇਟ ਮਤਲਬ ਕੋਈ ਵੀ ਹਰਕਤ ਨਹੀਂ। ਸੋ ਗੁਰੂ ਨਾਨਕ ਕਿਉਂ ਸੁੰਨ ਸ਼ਬਦ ਦਾ ਪ੍ਰਯੋਗ ਕਰਦੇ ਨੇ, ਕਿਉਂਕਿ ਦੇਖੋ ਹੁਣ ਮੁਰਦਾ ਜਿਹੜਾ ਹੈ ਉਹਦੇ ਲਈ ਆਪਾਂ ਸੁੰਨ ਸ਼ਬਦ ਦਾ ਪ੍ਰਯੋਗ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਜਿਹੜਾ ਮੁਰਦਾ ਹੈ ਉਹ ਤਾਂ ਡੈੱਡ ਹੋ ਗਿਆ ਨਾ, ਉਹਦੇ ਵਿੱਚ ਕੋਈ ਹਰਕਤ ਨਹੀਂ ਹੋ ਸਕਦੀ। ਮੁਰਦਾ ਇੱਕ ਨਿਰਜੀਵ ਚੀਜ਼ ਆ। ਪਰ ਜਿਹੜਾ ਸੰਜੀਵ ਹੈ, ਜਿਹਦੇ ਵਿੱਚ ਜਾਨ ਹੈ ਤੇ ਪੂਰਾ ਪੋਟੈਂਸ਼ੀਅਲ ਆ ਹਰਕਤ ਕਰਨ ਦਾ, ਉਸੇ ਨੂੰ ਹੀ ਅਸੀਂ ਸੁੰਨ ਕਹਿੰਦੇ ਹਾਂ। ਜਿਹਦੇ ਵਿੱਚ ਜਾਨ ਹੈ ਨਹੀਂ, ਜਿਹਦੀ ਹੋਂਦ ਹੈ ਨਹੀਂ, ਉਹਨੂੰ ਅਸੀਂ ਮੁਰਦਾ ਕਹਿੰਦੇ ਹਾਂ, ਉਹਨੂੰ ਅਸੀਂ ਸੁੰਨ ਨਹੀਂ ਕਹਿੰਦੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਬੜਾ ਪਿਆਰਾ ਸ਼ਬਦ ਵਰਤਿਆ ਹੈ ਸੁੰਨ, ਕਿਉਂਕਿ ਜਿਸ ਦੀ ਹੋਂਦ ਹੈ ਪਰ ਹਰਕਤ ਵਿੱਚ ਨਹੀਂ ਆ, ਹਰਕਤ ਨਹੀਂ ਕਰ ਰਿਹਾ, ਉਸ ਹਰਕਤ ਨਾ ਕਰਨ ਵਾਲੀ ਸਟੇਟ ਨੂੰ ਸੁੰਨ ਸਮਾਧ ਕਿਹਾ। ਕਿ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਹੈ ਪਰ ਹਲੇ ਹਰਕਤ ਕੋਈ ਨਹੀਂ ਹੋਈ। ਸੋ ਇਸੇ ਚੀਜ਼ ਨੂੰ ਜਦੋਂ ਗੁਰੂ ਨਾਨਕ ਸਾਹਿਬ ਮੂਲ ਮੰਤਰ 'ਚ ਅਕਾਲ ਲਿਖਦੇ ਨੇ ਤਾਂ ਉਹਦਾ ਮਤਲਬ ਕੀ ਹੈ ਕਿ ਕਾਲ ਉੱਥੇ ਹੈ ਨਹੀਂ ਹੈ। ਕਾਲ ਟਾਈਮ ਇਜ਼ ਜ਼ੀਰੋ। ਜਦੋਂ ਟਾਈਮ ਜ਼ੀਰੋ ਆ ਤਾਂ ਸਪੇਸ ਵੀ ਜ਼ੀਰੋ ਆ ਤੇ ਸਭ ਕੁਝ ਹੀ ਜ਼ੀਰੋ ਆ। ਤਾਂ ਉਹ ਜਿਹੜੀ ਜਦੋਂ ਹਰਕਤ ਨਹੀਂ ਹੋ ਰਹੀ, ਜਦੋਂ ਸਮਾਂ ਹੀ ਨਹੀਂ ਹੈਗਾ, ਸਪੇਸ ਵੀ ਨਹੀਂ ਹੈਗੀ, ਪਦਾਰਥ ਨੂੰ ਫੈਲਣ ਦਾ ਸਮਾਂ ਵੀ ਨਹੀਂ ਹੈਗਾ, ਸੋ ਸਾਰੀ ਜੋ ਕੁਝ ਵੀ ਹੈ ਉਸ ਵੇਲੇ ਉਹ ਇੱਕ ਖੜਿਆ ਹੋਇਆ ਸਮਾਂ ਹੈ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦੇ ਵਿੱਚ ਕੋਈ ਕਿਰਿਆ ਹੀ ਨਹੀਂ ਹੋ ਰਹੀ, ਨਿਸ਼ਕਿਰਿਆ ਚੀਜ਼ ਆ, ਉਹ ਸਟਿਲ ਖੜੀ ਆ। ਉਸ ਸਟੇਟ ਨੂੰ ਗੁਰੂ ਨਾਨਕ ਨੇ ਫਿਰ ਲਿਖਿਆ ਅਕਾਲ, ਸਮੇਂ ਤੋਂ ਪਰੇ, ਕਿਉਂਕਿ ਟਾਈਮ ਉੱਥੇ ਜ਼ੀਰੋ ਹੋ ਗਿਆ, ਕੋਈ ਹਰਕਤ ਨਹੀਂ ਹੋ ਰਹੀ ਹੁਣ ਉੱਥੇ। ਪਰ ਜਦੋਂ ਅਕਾਲ ਲਿਖਿਆ ਹੈ ਤਾਂ ਹੁਣ ਉਹਦੇ ਵਿੱਚ ਕੋਈ ਹਰਕਤ ਨਹੀਂ ਹੋ ਰਹੀ, ਤਾਂ ਹਰਕਤ ਤਾਂ ਮੁਰਦੇ 'ਚ ਵੀ ਨਹੀਂ ਹੋ ਰਹੀ ਕਿਉਂਕਿ ਮੁਰਦੇ ਦੀ ਹੋਂਦ ਨਹੀਂ। ਤਾਂ ਗੁਰੂ ਨਾਨਕ ਨੇ ਨਾਲ ਹੀ ਅਗਲਾ ਸ਼ਬਦ ਪਾਇਆ ਮੂਰਤ, ਕਿਉਂਕਿ ਮੂਰਤ ਦੇ ਅਰਥ ਹੁੰਦੇ ਨੇ ਹੋਂਦ, ਜਿਸ ਦੀ ਹੋਂਦ ਹੋਵੇ। ਮੁਰਦੇ ਦੀ ਹੋਂਦ ਨਹੀਂ ਹੁੰਦੀ, ਉਹਦੇ 'ਚ ਇਸ ਕਰਕੇ ਕਿਰਿਆ ਨਹੀਂ ਹੁੰਦੀ। ਪਰ ਅਕਾਲ ਪੁਰਖ ਇਸ ਤਰ੍ਹਾਂ ਦਾ ਹੈ
ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ ਅਕਾਲ ਪੁਰਖ ਵਿੱਚ ਕੋਈ ਹਰਕਤ ਨਹੀਂ ਸੀ, ਪਰ ਇਹ ਨਹੀਂ ਕਹਿ ਸਕਦੇ ਕਿ ਅਕਾਲ ਪੁਰਖ ਮੁਰਦਾ ਸੀ, ਕਿਉਂਕਿ ਅਕਾਲ ਪੁਰਖ ਦੀ ਹੋਂਦ ਹੈ, ਹੋਂਦ ਤੋਂ ਹੀ ਕੁਛ ਅੱਗੇ ਹੋਇਆ ਜਾ ਸਕਦਾ, ਜੀਵਨ ਤੋਂ ਹੀ ਅੱਗੇ ਜੀਵਨ ਚੱਲੂਗਾ। ਸੋ ਇਸ ਲਈ ਗੁਰੂ ਨਾਨਕ ਨੇ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਕੁਛ ਨਹੀਂ ਸੀ ਬਣਿਆ, ਤਾਂ ਉਸ ਸਟੇਟ ਨੂੰ ਗੁਰੂ ਨਾਨਕ ਨੇ ਅਕਾਲ ਪੁਰਖ ਦੀ ਉਸ ਸਟੇਟ ਨੂੰ ਸੁੰਨ ਸਮਾਧ ਕਿਹਾ। ਦੇਖੋ ਸੱਚੇ ਪਾਤਸ਼ਾਹ ਫਿਰ ਲਿਖਦੇ ਬਾਣੀ 'ਚ, ਪੌਣ ਪਾਣੀ ਸੁੰਨੇ ਤੇ ਸਾਜੇ, ਸ੍ਰਿਸ਼ਟ ਉਪਾਈ ਕਾਇਆ ਗੜ ਰਾਜੇ। ਭਾਵ ਕਿ ਪੌਣ ਪਾਣੀ ਜਿਹੜਾ ਸੀ ਜਾਂ ਸ੍ਰਿਸ਼ਟੀ ਸੀ ਜਾਂ ਕਾਇਆ ਜਿਹਨੂੰ ਆਪਾਂ ਪਦਾਰਥ ਕਹਿ ਦਿੰਦੇ ਆ, ਇਹ ਜਿਹੜੇ ਸਾਜੇ ਨੇ, ਕੀ ਤੋਂ ਸਾਜੇ ਨੇ? ਸੁੰਨ ਤੋਂ ਸਾਜੇ ਨੇ। ਭਾਵ ਕਿ ਪ੍ਰਮਾਤਮਾ ਇਹ ਸਾਜੇ ਮਤਲਬ ਬਣਨ ਤੋਂ ਪਹਿਲਾਂ ਵਾਲੀ ਸਟੇਟ ਕੀ ਸੀ? ਸੁੰਨ ਸਟੇਟ ਸੀ। ਉਸ ਸੁੰਨ ਸਟੇਟ ਚੋਂ ਹੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਬਣੀਆਂ ਨੇ। ਪੌਣ ਬਣੀਆਂ, ਪਾਣੀ ਬਣਿਆ, ਸਪੇਸ ਬਣੀਆਂ, ਟਾਈਮ ਬਣਿਆ, ਸ੍ਰਿਸ਼ਟੀ ਬਣੀਆਂ, ਪਦਾਰਥ ਬਣਿਆ। ਸੋ ਗੁਰੂ ਨਾਨਕ ਕਦੇ ਬਾਣੀ ਦੇ ਵਿੱਚ ਅਕਾਲ ਪੁਰਖ ਦੀ ਉਸ ਸਟੇਟ ਨੂੰ ਸੁੰਨ ਸਮਾਧ ਕਹਿ ਦਿੰਦੇ ਨੇ, ਪਰ ਮੂਲ ਮੰਤਰ ਵਿੱਚ ਸੱਚੇ ਪਾਤਸ਼ਾਹ ਨੇ ਇਹਨੂੰ ਅਕਾਲ ਕਿਹਾ ਕਿ ਜਦੋਂ ਟਾਈਮ 0 ਆ, ਪਰ ਨਾਲ ਹੀ ਸ਼ਬਦ ਪਾ ਦਿੱਤਾ ਮੂਰਤ, ਕਿ ਇਹਦਾ ਮਤਲਬ ਇਹ ਨਹੀਂ ਕਿ ਜਿਸ ਕੋਲ ਟਾਈਮ 0 ਹੋ ਗਿਆ ਤਾਂ ਟਾਈਮ 0 ਤਾਂ ਹੁਣ ਮੁਰਦੇ ਕੋਲ ਹੁੰਦਾ ਹੈ, ਵੀ ਉਹਦੇ ਕੋਲ ਕੋਈ ਸਮਾਂ ਨਹੀਂ ਰਿਹਾ। ਪਰ ਸੱਚੇ ਪਾਤਸ਼ਾਹ ਨੇ ਨਾਲ ਹੀ ਸ਼ਬਦ ਮੂਰਤ ਪਾਇਆ ਕਿ ਇਹਨੂੰ ਮੁਰਦਾ ਨਾ ਸਮਝ ਲਿਓ, ਅਕਾਲ ਪੁਰਖ ਦੀ ਹੋਂਦ ਆ, ਪਰ ਸਮੇਂ ਤੋਂ ਪਰੇ ਆ। ਦੋਸਤੋ, ਵਿਆਕਰਣ ਦੀ ਸਾਂਝ ਮੈਂ ਹੁਣ ਤੁਹਾਡੇ ਨਾਲ ਇਸ ਕਰਕੇ ਪਾਉਣ ਲੱਗਾ ਕਿਉਂਕਿ ਇਹ ਗੱਲ ਵੀ ਸਮਝਣੀ ਜ਼ਰੂਰੀ ਆ ਕਿ ਅਕਾਲ ਮੂਰਤ ਜਿਹੜਾ ਸ਼ਬਦ ਆ ਇਹ ਇਕੱਠਾ ਕਿਉਂ ਪੜ੍ਹਦੇ ਹਾਂ ਅਸੀਂ। ਕਿਉਂਕਿ ਦੇਖੋ, ਜਿਵੇਂ ਪਹਿਲਾਂ ਮੂਲ ਮੰਤਰ 'ਚ ਸਤਨਾਮ ਆਉਂਦਾ ਸ਼ਬਦ, ਜਦੋਂ ਅਸੀਂ ਪੜ੍ਹਨ ਲੱਗਦੇ ਹਾਂ ਤਾਂ ਠਹਿਰਾਵ ਦਿੰਦੇ ਹਾਂ, ਸਤਨਾਮ ਠਹਿਰਾਵ, ਕਰਤਾ ਪੁਰਖ ਫੇਰ ਠਹਿਰਾਵ, ਨਿਰਭਉ ਫੇਰ ਰੁਕਦੇ ਹਾਂ ਥੋੜ੍ਹਾ ਜਿਹਾ, ਨਿਰਵੈਰ ਫੇਰ ਰੁਕਦੇ ਹਾਂ। ਪਰ ਜਦੋਂ ਅਸੀਂ ਅਕਾਲ ਮੂਰਤ 'ਤੇ ਜਾਂਦੇ ਹਾਂ ਤਾਂ ਉਦੋਂ ਰੁਕਦੇ ਨਹੀਂ, ਅਸੀਂ ਇਕੱਠਾ ਪੜ੍ਹਦੇ ਹਾਂ ਇਸ ਸ਼ਬਦ ਨੂੰ, ਅਕਾਲ ਮੂਰਤ। ਸੋ ਇਹ ਦੋ ਸ਼ਬਦਾਂ ਨੂੰ ਇਕੱਠਾ ਜੋੜ ਕੇ ਪੜ੍ਹਦੇ ਹਾਂ। ਇਹ ਕਿਉਂ ਇਕੱਠਾ ਜੋੜ ਕੇ ਪੜ੍ਹਦੇ ਹਾਂ? ਜਦੋਂ ਕਿ ਇਹ ਵੀ ਤਾਂ ਪੜ੍ਹ ਸਕਦੇ ਅਕਾਲ ਫਿਰ ਠਹਿਰਾਵ ਫਿਰ ਮੂਰਤ, ਪਰ ਠਹਿਰਾਵ ਨਹੀਂ ਦਿੱਤਾ, ਅਸੀਂ ਇਕੱਠਾ ਪੜ੍ਹ ਦਿੱਤਾ। ਇਹ ਕਿਉਂ ਪੜ੍ਹਿਆ? ਇਸ ਦਾ ਜਿਹੜਾ ਆਨਸਰ ਆ ਉਹ ਵਿਆਕਰਣ ਦੇ ਵਿੱਚ ਹੈ, ਇਸ ਲਈ ਮੈਂ ਤੁਹਾਡੇ ਨਾਲ ਇਸ ਦੀ ਸਾਂਝ ਪਾ ਰਿਹਾ। ਦੋਸਤੋ, ਗੁਰਬਾਣੀ ਦੇ ਵਿੱਚ ਜਦੋਂ ਵੀ ਅਸੀਂ ਕਿਸੇ ਚੀਜ਼, ਜਾਨਵਰ ਜਾਂ ਇਨਸਾਨ ਦੇ ਜੈਂਡਰ ਨੂੰ ਲਿਖਦੇ ਹਾਂ, ਜਾਂ ਤਾਂ ਅਸੀਂ ਪੁਰਖਵਾਚਕ ਲਿੰਗ ਲਿਖਾਂਗੇ ਜਾਂ ਇਸਤਰੀਵਾਚਕ ਲਿੰਗ ਲਿਖਾਂਗੇ। ਜਿਵੇਂ ਪੱਖਾ ਪੁਰਖਵਾਚਕ ਲਿੰਗ ਹੈ, ਪੱਖੀ ਇਸਤਰੀਵਾਚਕ ਲਿੰਗ ਹੈ, ਧੋਬੀ ਪੁਰਖਵਾਚਕ ਲਿੰਗ ਹੈ, ਧੋਬਣ ਇਸਤਰੀਵਾਚਕ ਲਿੰਗ ਹੈ। ਤੇ ਪੁਆਇੰਟ ਨੰਬਰ 2 ਇਹਦੇ ਵਿੱਚ ਇਹ ਵੀ ਧਿਆਨ 'ਚ ਰੱਖਣ ਵਾਲੀ ਗੱਲ ਹੈ ਕਿ ਇੱਕ ਸ਼ਬਦ ਆਉਂਦਾ ਇੱਕ ਵਚਨ। ਇੱਕ ਵਚਨ ਦਾ ਮਤਲਬ ਆ ਓਨਲੀ ਵਨ। ਜੇ ਹੋਊਗਾ ਬਹੁਵਚਨ ਤਾਂ ਉਹਦਾ ਮਤਲਬ ਕੀ ਆ? ਬਹੁ ਗਿਣਤੀ, ਮਤਲਬ ਕਿ ਮੈਨੀ। ਠੀਕ ਹੈ ਜੀ। ਜਦੋਂ ਗੁਰਬਾਣੀ ਦੇ ਵਿੱਚ ਪੁਰਖਵਾਚਕ ਅੱਖਰ ਆ ਜੇ, ਮੇਲ ਨੂੰ ਦਿਖਾਉਂਦਾ ਹੋਵੇ, ਮੇਲ ਨੂੰ ਦਰਸਾਉਂਦਾ ਹੋਵੇ, ਤੇ ਹੋਵੇ ਇੱਕ ਵਚਨ, ਓਨਲੀ ਵਨ ਹੋਵੇ, ਉਹਦੇ ਵਰਗਾ ਉਸ ਟਾਈਮ ਤੇ ਹੋਰ ਕੋਈ ਨਾ ਹੋਵੇ, ਤਾਂ ਉਸ ਦੇ ਥੱਲੇ ਔਂਕੜ ਆਊਗੀ। ਮੈਂ ਸਮਝਦਾ ਦੋਸਤੋ ਥੋੜ੍ਹਾ ਜਿਹਾ ਔਖਾ ਲੱਗੂਗਾ, ਪਰ ਮੈਂ ਤੁਹਾਨੂੰ ਉਦਾਹਰਨ ਨਾਲ ਸਮਝਾਊਂਗਾ, ਤੇ ਕਿਉਂਕਿ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ। ਇਹਦੇ ਨਾਲ ਅੱਖਰਾਂ ਦੇ, ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਬਦਲ ਜਾਣਗੇ। ਤੁਸੀਂ ਦੇਖੋਗੇ, ਮੈਂ ਤੁਹਾਨੂੰ ਉਦਾਹਰਨ ਦੇਵਾਂਗਾ। ਤਾਂ ਆਪਾਂ ਇੱਥੇ ਤੱਕ ਪੜ੍ਹਿਆ ਕਿ ਜਿਹੜਾ ਪੁਰਖਵਾਚਕ ਅੱਖਰ ਇੱਕ ਵਚਨ ਹੋਊਗਾ ਉਹਦੇ ਥੱਲੇ ਔਂਕੜ ਆਊਗੀ। ਜੇ ਪੁਰਖਵਾਚਕ ਅੱਖਰ ਤਾਂ ਹੋਵੇ ਪਰ ਉਹ ਬਹੁ ਵਚਨ ਹੋਵੇ, ਇੱਕ ਵਚਨ ਨਾ ਹੋਵੇ, ਉਹਦੇ ਵਰਗੇ ਕਈ ਹੋਣ, ਤਾਂ ਉੱਥੇ ਔਂਕੜ ਨਹੀਂ ਆਉਂਦਾ। ਹੁਣ ਆਪਾਂ ਇਹਨੂੰ ਉਦਾਹਰਨ ਨਾਲ ਸਮਝਦੇ ਹਾਂ। ਜਿਵੇਂ ਗੁਰਬਾਣੀ 'ਚ ਤੁਕ ਆਉਂਦੀ ਆ, ਭਾਗ ਹੋਆ ਗੁਰ ਸੰਤ ਮਿਲਾਇਆ, ਤੇ ਇੱਕ ਤੁਕ ਹੋਰ ਮੈਂ ਇਹਦੇ ਥੱਲੇ ਲਿਖ ਰਿਹਾ ਤਾਂ ਕਿ ਅਸੀਂ ਕੰਪੇਅਰ ਕਰ ਸਕੀਏ। ਹਰ ਜਨ ਸੰਤ ਮਿਲੋ ਮੇਰੇ ਭਾਈ। ਹੁਣ ਇਹ ਦੋਨਾਂ ਤੁਕਾਂ ਦੇ ਵਿੱਚ ਇੱਕ ਕਾਮਨ ਅੱਖਰ ਆਇਆ, ਸੰਤ। ਹੁਣ ਦੇਖੋ ਕਿ ਇੱਕ ਸੰਤ ਦੇ ਤੱਤੇ ਥੱਲੇ ਔਂਕੜ ਹੈ, ਇੱਕ ਸੰਤ ਦੇ ਤੱਤੇ ਥੱਲੇ ਔਂਕੜ ਹੈ ਨਹੀਂ। ਹੁਣ ਇਹ ਔਂਕੜ ਕਰਕੇ ਅਰਥਾਂ ਦੇ ਵਿੱਚ ਫਰਕ ਪੈ ਜਾਣਾ। ਹੁਣ ਖਿਆਲ ਰੱਖਦੇ ਹਾਂ। ਹੁਣ ਆਪਾਂ ਕੀ ਕੀਤਾ ਸੀ ਯਾਦ? ਆਪਾਂ ਇਹ ਯਾਦ ਕੀਤਾ ਸੀ ਕਿ ਜਿਹੜਾ ਸੰਤ ਅੱਖਰ ਹੈ ਇਹ ਕੀ ਹੈ? ਇੱਥੋਂ ਹੀ ਪਤਾ ਲੱਗ ਜਾਣਾ ਕਿ ਸੰਤ ਪੁਰਖਵਾਚਕ ਅੱਖਰ ਹੈ, ਮੇਲ ਨੂੰ ਰਿਪਰੈਜ਼ੈਂਟ ਕਰ ਰਿਹਾ। ਠੀਕ ਹੈ, ਇੱਕ ਗੱਲ ਕਲੀਅਰ ਹੋ ਗਈ। ਹੁਣ ਇੱਕ ਤੱਤੇ ਥੱਲੇ ਔਂਕੜ ਆ, ਉਹ ਕੀ ਰਿਪਰੈਜ਼ੈਂਟ ਕਰ ਰਿਹਾ? ਕਿ ਇਹ ਇੱਕ ਵਚਨ ਅੱਖਰ ਹੈ, ਕਿ ਓਨਲੀ ਵਨ, ਉਹਦੇ ਵਰਗਾ ਹੋਰ ਕੋਈ ਦੂਜਾ ਹੈ ਨਹੀਂ। ਹੁਣ ਇਸ ਰੂਲ ਦੇ ਮੁਤਾਬਕ ਜਿਹੜਾ ਸ਼ਬਦ ਆ ਭਾਗ ਹੋਆ ਗੁਰ ਸੰਤ ਮਿਲਾਇਆ, ਇਸ ਦੀ ਤੁਕ ਦੇ ਅਰਥ ਇਹ ਬਣਦੇ ਨੇ ਕਿ ਬੜੇ ਭਾਗ ਹੋਏ ਨੇ, ਮੈਨੂੰ ਸਤਿਗੁਰੂ ਮਿਲ ਗਿਆ
ਤਾਂ ਇਹ ਜਿਹੜਾ ਸੰਤ ਅੱਖਰ ਆਇਆ ਇਹ ਗੁਰੂ ਲਈ ਵਰਤਿਆ ਗਿਆ, ਭਾਵ ਕਿ ਸਤਿਗੁਰੂ ਲਈ ਵਰਤਿਆ ਗਿਆ। ਤਾਂ ਇਹ ਸੰਤ ਅੱਖਰ ਸਤਿਗੁਰੂ ਲਈ ਆ, ਨਾ ਕਿ ਆਮ ਸੰਤਾਂ ਲਈ। ਪਰ ਹੁਣ ਦੂਸਰੀ ਗੱਲ ਦੇਖੋ, ਹੁਣ ਦੂਸਰੀ ਤੁਕ 'ਚ ਆਇਆ ਹਰ ਜਨ ਸੰਤ ਮਿਲੋ ਮੇਰੇ ਭਾਈ। ਹੁਣ ਇਹ ਵੀ ਪੁਰਖਵਾਚਕ ਅੱਖਰ ਆ ਸੰਤ, ਪਰ ਇਹਦੇ ਤੱਤੇ ਥੱਲੇ ਔਂਕੜ ਨਹੀਂ। ਤਾਂ ਇਹਦਾ ਮਤਲਬ ਕੀ ਹੈ ਕਿ ਇਹ ਬਹੁ ਗਿਣਤੀ ਸੰਤ ਹੈ, ਕਿ ਸੰਗਤ ਵਿੱਚ ਜਿੰਨੇ ਗੁਰਮੁਖ ਪਿਆਰੇ ਨੇ ਉਹ ਸਾਰੇ ਦੇ ਸਾਰੇ ਹੀ ਸੰਤ ਨੇ, ਪਰ ਉਹ ਗੁਰਮੁਖ ਪਿਆਰੇ ਨੇ, ਨਾ ਕਿ ਸਤਿਗੁਰੂ ਜਾਂ ਗੁਰੂ ਸਾਹਿਬਾਨ ਨੇ। ਸੋ ਉਹਨਾਂ ਦੇ ਤੱਤੇ ਥੱਲੇ ਔਂਕੜ ਨਹੀਂ ਆਊਗਾ। ਤਾਂ ਫਿਰ ਇੱਥੇ ਹੁਣ ਕੀ ਅਰਥ ਬਣਨਗੇ ਇਸ ਤੁਕ ਦੇ? ਇਹਦੇ ਇਹ ਅਰਥ ਬਣਨਗੇ ਹਰ ਜਨ ਸੰਤ ਮਿਲੋ ਮੇਰੇ ਭਾਈ, ਭਾਵ ਕਿ ਰੱਬ ਦੇ ਬੰਦੇ ਜਿੰਨੇ ਵੀ ਬਹੁ ਗਿਣਤੀ ਨੇ, ਹੇ ਹਰੀ ਦੇ ਜਨੋ, ਹੇ ਬੰਦਿਓ, ਹੇ ਗੁਰਮੁਖੋ, ਮਿਲੋ ਮੇਰੇ ਭਾਈ ਦਾ ਮਤਲਬ ਇਕੱਠੇ ਹੋ ਕੇ ਸੰਗਤ 'ਚ ਮਿਲ ਕੇ ਬੈਠੋ। ਸੋ ਹੁਣ ਇਹ ਤੁਕ ਜਿਹੜੀ ਹੈ ਇਹ ਗੁਰਸਿੱਖਾਂ ਲਈ ਆ, ਪਰ ਜਿਹੜੀ ਭਾਗ ਹੋਆ ਗੁਰ ਸੰਤ ਮਿਲਾਏ ਵਾਲੀ ਤੁਕ ਸੀ ਉਹ ਕਿਹਦੇ ਲਈ ਆ? ਗੁਰੂ ਸਾਹਿਬ ਲਈ। ਸੋ ਅਗਰ ਸਾਨੂੰ ਇੰਨੀ ਸਮਝ ਹੋਏਗੀ ਕਿ ਕਿਹੜੀ ਤੁਕ ਦੇ ਵਿੱਚ ਜਿਹੜੇ ਇਸ਼ਾਰਾ ਉਹ ਗੁਰੂ ਸਾਹਿਬ ਵੱਲ ਹੈ, ਕਿਹੜੀ ਤੁਕ ਦੇ ਵਿੱਚ ਇਸ਼ਾਰਾ ਜਿਹੜਾ ਹੈ ਉਹ ਗੁਰਮੁਖਾਂ ਵੱਲ ਨੂੰ ਆ, ਇੰਨੀ ਸਮਝ ਹੋਏਗੀ ਤਾਂ ਅਰਥ ਜਿਹੜੇ ਨੇ ਉਹਦੇ ਅਨਰਥ ਨਹੀਂ ਹੋ ਸਕਣਗੇ। ਸੋ ਇਹ ਔਂਕੜ ਦੇ ਫਰਕ ਦੇ ਨਾਲ ਆਪਾਂ ਨੂੰ ਪਤਾ ਲੱਗਿਆ। ਇਹ ਗੁਰਬਾਣੀ ਦਾ ਪਹਿਲਾ ਰੂਲ ਹੈ ਕਿ ਜਦੋਂ ਪੁਰਖਵਾਚਕ ਇੱਕ ਵਚਨ ਅੱਖਰ ਹੋਵੇ ਤਾਂ ਉੱਥੇ ਔਂਕੜ ਪੱਕਾ ਆਉਂਦੀ ਹੈ। ਜਿੱਥੇ ਪੁਰਖਵਾਚਕ ਅੱਖਰ ਹੋਵੇ ਪਰ ਔਂਕੜ ਨਾ ਥੱਲੇ ਹੋਵੇ ਤਾਂ ਉਹਦਾ ਮਤਲਬ ਹੈ ਉਹ ਬਹੁ ਗਿਣਤੀ ਆ, ਬਹੁ ਵਚਨ ਆ। ਹੁਣ ਦੋਸਤੋ ਦੇਖੋ ਤੁਹਾਡੀ ਸਕਰੀਨ ਦੇ ਉੱਤੇ ਜਿਹੜਾ ਮੂਲ ਮੰਤਰ ਹੈ, ਇਹਦਾ ਜਿਹੜਾ ਸਤਨਾਮ ਦਾ ਨਾਮ ਅੱਖਰ ਹੈ, ਇਹ ਕੀ ਆ? ਪੁਰਖਵਾਚਕ ਹੈ। ਤੇ ਔਂਕੜ ਕਰਕੇ ਪਤਾ ਲੱਗ ਗਿਆ ਕਿ ਐਸਾ ਸੱਚਾ ਗਿਆਨ ਜਿਹਦੇ ਵਰਗਾ ਹੋਰ ਕੋਈ ਗਿਆਨ ਨਹੀਂ, ਕਿਉਂਕਿ ਗਿਆਨ ਤਾਂ ਬਹੁਤ ਨੇ ਦੁਨੀਆ ਦੇ ਵਿੱਚ। ਫਿਜ਼ਿਕਸ ਦਾ ਗਿਆਨ ਹੈ, ਕੈਮਿਸਟਰੀ ਦਾ ਗਿਆਨ ਹੈ, ਹਿਸਾਬ ਦਾ ਗਿਆਨ ਹੈ, ਕਈ ਤਰ੍ਹਾਂ ਦੇ ਗਿਆਨ ਨੇ, ਲੇਕਿਨ ਸਤਨਾਮ ਭਾਵ ਕਿ ਸੱਚ ਦਾ ਗਿਆਨ। ਤਾਂ ਇਹਦੇ ਥੱਲੇ ਔਂਕੜ ਆ ਗਈ। ਇੱਦਾਂ ਹੀ ਕਰਤਾ ਪੁਰਖ, ਇੱਦਾਂ ਹੀ ਨਿਰਭਉ, ਜੀ ਮਤਲਬ ਕਿ ਇੱਕ ਐਸੀ ਸ਼ਕਤੀ ਜਿਹੜੀ ਕਿਸੇ ਤੋਂ ਨਾ ਡਰੇ, ਨਿਰਵੈਰ। ਦੇਖੋ ਹੁਣ ਇਹਨਾਂ ਸਾਰਿਆਂ ਦੇ ਥੱਲੇ ਔਂਕੜ ਲੱਗਦੀ ਆ ਰਹੀ ਆ। ਤਾਂ ਫਿਰ ਰੂਲ ਦੇ ਮੁਤਾਬਕ ਅਕਾਲ ਦੇ ਥੱਲੇ ਵੀ ਔਂਕੜ ਲੱਗਣੀ ਚਾਹੀਦੀ ਹੈ, ਕਿਉਂਕਿ ਅਕਾਲ ਜਿਹੜਾ ਹੈ ਸ਼ਬਦ ਉਹ ਵੀ ਪੁਰਖਵਾਚਕ ਹੈ, ਪਰ ਗੁਰੂ ਸਾਹਿਬ ਨੇ ਉੱਥੇ ਔਂਕੜ ਨਹੀਂ ਲਾਈ। ਹੁਣ ਆਪਾਂ ਇਸ ਗੱਲ ਨੂੰ ਸਮਝਦੇ ਹਾਂ ਵੀ ਇਹ ਔਂਕੜ ਇੱਥੇ ਕਿਉਂ ਨਹੀਂ ਲਾਈ। ਅਕਾਲ ਅੱਖਰ ਦੇ ਥੱਲੇ ਗੁਰੂ ਸਾਹਿਬ ਨੇ ਇਸ ਕਰਕੇ ਔਂਕੜ ਨਹੀਂ ਲਾਈ ਕਿਉਂਕਿ ਵਿਆਕਰਣ ਦਾ ਇੱਕ ਹੋਰ ਰੂਲ ਹੈ ਜਿਸ ਦੇ ਮੁਤਾਬਕ ਜਿਹੜਾ ਔਂਕੜ ਜਿੱਥੇ ਤਾਂ ਇਹ ਦੱਸਦਾ ਹੈ ਕਿ ਇਹ ਇੱਕ ਵਚਨ ਹੈ, ਉੱਥੇ ਔਂਕੜ ਠਹਿਰਾਵ ਦਾ ਕੰਮ ਵੀ ਕਰਦਾ, ਜਿਹਨੂੰ ਆਪਾਂ ਕੌਮਾ ਕਹਿੰਦੇ ਆ। ਇਸੇ ਕਰਕੇ ਜਦੋਂ ਔਂਕੜ ਥੱਲੇ ਲੱਗੀ ਆ ਸਤਨਾਮ ਦੇ ਤਾਂ ਅਸੀਂ ਇੱਥੇ ਹੌਲੀ ਠਹਿਰਾਵ ਦੇ ਕੇ ਰੁਕਦੇ ਹਾਂ। ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਇਹ ਜਿਹੜੇ ਠਹਿਰਾਵ ਆਏ ਨੇ, ਕੌਮੇ ਆਏ ਨੇ, ਇੱਦਾਂ ਪੜ੍ਹਿਆ ਅਸੀਂ ਇਹਨੂੰ, ਇਹ ਔਂਕੜ ਕਰਕੇ ਪੜ੍ਹਿਆ। ਪਰ ਜੇ ਹੁਣ ਅਕਾਲ ਦੇ ਥੱਲੇ ਔਂਕੜ ਸੱਚੇ ਪਾਤਸ਼ਾਹ ਲਾ ਦਿੰਦੇ ਤਾਂ ਫਿਰ ਅਸੀਂ ਅਕਾਲ 'ਤੇ ਵੀ ਰੁਕਣਾ ਸੀ, ਅਕਾਲ ਕਰਕੇ ਤੇ ਮੂਰਤ ਲੱਗ ਕਰ ਦੇਣਾ ਸੀ। ਪਰ ਔਂਕੜ ਨਾ ਲੱਗੀ ਹੋਣ ਕਰਕੇ ਹੀ ਸਾਨੂੰ ਪਤਾ ਲੱਗਿਆ ਕਿ ਅਕਾਲ ਮੂਰਤ ਇਕੱਠਾ ਅੱਖਰ ਹੈ। ਤਾਂ ਫਿਰ ਹੁਣ ਇੱਕ ਸਵਾਲ ਹੋਰ ਪੈਦਾ ਹੋ ਜਾਂਦਾ, ਫਿਰ ਮੂਰਤ ਦੇ ਨਾਲ ਲਾ ਦਿੰਦੇ, ਕਿਉਂਕਿ ਜੇ ਇਕੱਠਾ ਅੱਖਰ ਪੂਰਾ ਕਰਦੇ ਤਾਂ ਅਕਾਲ ਮੂਰਤ ਦੇ ਨਾਲ ਤੱਤੇ ਥੱਲੇ ਔਂਕੜ ਆਉਣੀ ਸੀ। ਉਹ ਇਸ ਕਰਕੇ ਨਹੀਂ ਆਈ ਕਿਉਂਕਿ ਜਿਹੜਾ ਮੂਰਤ ਸ਼ਬਦ ਹੈ ਇਹ ਹਿੰਦੀ ਦੇ ਸ਼ਬਦ ਤੋਂ ਆਇਆ ਜਿਹਦਾ ਮਤਲਬ ਹੈ ਮੂਰਤੀ, ਤੇ ਮੂਰਤੀ ਜਿਹੜਾ ਹੈ ਇਸਤਰੀਵਾਚਕ ਲਿੰਗ ਹੈ, ਤੇ ਇਸਤਰੀਵਾਚਕ ਲਿੰਗ ਦੇ ਨਾਲ ਕਦੇ ਵੀ ਔਂਕੜ ਨਹੀਂ ਲੱਗਦੀ ਵਿਆਕਰਣ ਦੇ ਰੂਲ ਮੁਤਾਬਕ। ਇਸ ਕਰਕੇ ਅਕਾਲ ਮੂਰਤ ਸ਼ਬਦ ਤਾਂ ਇਕੱਠਾ ਹੀ ਪੜ੍ਹਿਆ ਜਾਏਗਾ ਕਿਉਂਕਿ ਔਂਕੜ ਨਹੀਂ ਲੱਗੀ ਹੋਈ ਅਕਾਲ ਨਾਲ, ਪਰ ਮੂਰਤ ਦੇ ਥੱਲੇ ਔਂਕੜ ਇਸ ਕਰਕੇ ਨਹੀਂ ਆਈ ਕਿਉਂਕਿ ਇਹ ਇਸਤਰੀਵਾਚਕ ਲਿੰਗ ਹੈ। ਸੋ ਇਹਨੂੰ ਅਸੀਂ ਇਕੱਠਾ ਪੜ੍ਹਾਂਗੇ, ਅਕਾਲ ਮੂਰਤ। ਤੇ ਹੁਣ ਇਸ ਮੂਰਤ ਵਰਗਾ ਇੱਕ ਸ਼ਬਦ ਹੋਰ ਵੀ ਗੁਰਬਾਣੀ ਦੇ ਵਿੱਚ ਆਉਂਦਾ ਹੈ, ਉਹਦੇ ਉੱਤੇ ਵੀ ਆਪਾਂ ਗੌਰ ਕਰ ਲਈਏ ਤਾਂ ਕਿ ਜਦੋਂ ਵੀ ਕਦੇ ਉਹ ਅੱਖਰ ਸਾਹਮਣੇ ਆਏ ਤਾਂ ਅਸੀਂ ਭੁਲੇਖਾ ਨਾ ਖਾਈਏ ਕਿ ਗੁਰੂ ਸਾਹਿਬ ਨੇ ਜਿਹੜਾ ਮੂਲ ਮੰਤਰ ਵਿੱਚ ਅੱਖਰ ਹੈ ਅਕਾਲ ਮੂਰਤ, ਹੁਣ ਇਹਦੀ ਪ੍ਰੋਨਾਊਂਸੀਏਸ਼ਨ ਵੀ ਮੂਰਤ ਹੈ। ਇੱਕ ਅੱਖਰ ਗੁਰਬਾਣੀ 'ਚ ਹੋਰ ਆਉਂਦਾ, ਉਹਦੀ ਵੀ ਪ੍ਰੋਨਾਊਂਸੀਏਸ਼ਨ ਹੈ ਜਿਹੜੀ ਉਹ ਮੂਰਤ ਆ, ਪਰ ਦੋਨਾਂ ਦੇ ਅੱਖਰਾਂ ਦੇ ਅਰਥਾਂ ਵਿੱਚ ਫਰਕ ਹੈ। ਜਿਹੜਾ ਮੂਲ ਮੰਤਰ 'ਚ ਮੂਰਤ ਅੱਖਰ ਆਇਆ ਇਹਦਾ ਮਤਲਬ ਹੈ ਹੋਂਦ, ਜਿਹੜਾ ਮੂਰਤ
ਇੱਕ ਹੋਰ ਜਗ੍ਹਾ ਤੇ ਤੁਕ ਆਉਂਦੀ ਹੈ, ਮੈਂ ਆਪ ਜੀ ਨਾਲ ਸਾਂਝੀ ਕਰਦਾ। ਸਫਲ ਮੂਰਤ ਸਫਲ ਉਹ ਘਰੀ, ਜਿਤ ਰਸਨਾ ਉਚਰੇ ਹਰ ਹਰੀ। ਤਾਂ ਹੁਣ ਇੱਥੇ ਮੂਰਤ ਤੱਤੇ ਥੱਲੇ ਔਂਕੜਾ ਸਿਹਾਰੀ ਨਹੀਂ ਹੈ ਇੱਥੇ, ਪਰ ਪ੍ਰਨਾਊਂਸੇਸ਼ਨ ਮੂਰਤ ਹੈ ਦੋਨੀ ਜਗ੍ਹਾ ਦੇ ਉੱਤੇ, ਬੋਲਿਆ ਦੋਨੀ ਜਗ੍ਹਾ ਤੇ ਮੂਰਤ ਜਾਣਾ, ਪਰ ਦੇਖੋ ਸਿਹਾਰੀ ਤੇ ਔਂਕੜ ਦਾ ਫਰਕ ਪੈ ਗਿਆ ਹੈ। ਜਿਹੜਾ ਹੁਣ ਸਫਲ ਮੂਰਤ ਵਾਲਾ ਹੈ ਪ੍ਰਨਾਊਂਸੇਸ਼ਨ ਸੇਮ ਰਹੇਗੀ, ਪਰ ਉਹਦਾ ਮਤਲਬ ਹੈ ਸਮਾਂ। ਮਹੂਰਤ 'ਚੋਂ ਸ਼ਬਦ ਬਣਿਆ ਮੂਰ, ਉਹਨੂੰ ਮਹੂਰਤ ਨੂੰ ਸ਼ਾਰਟ ਫਾਰਮ 'ਚ ਲਿਖਿਆ ਹੋਇਆ ਗੁਰੂ ਸਾਹਿਬ ਨੇ ਮੂਰਤ। ਸੋ ਇਹਦੇ ਫਿਰ ਅਰਥ ਇਹ ਹੋਣਗੇ ਕਿ ਉਹ ਮਹੂਰਤ, ਉਹ ਸਮਾਂ, ਉਹ ਘੜੀ ਸਫਲ ਹੈ ਜਿੱਥੇ ਜਿਸ ਸਮੇਂ ਦੇ ਉੱਤੇ ਰਚਨਾ ਦੇ ਉੱਤੇ ਅਕਾਲ ਪੁਰਖ ਦਾ ਨਾਮ ਆਇਆ। ਸੋ ਇਹ ਗੱਲ ਨੂੰ ਵੀ ਖਿਆਲ 'ਚ ਰੱਖਣਾ ਹੈ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹੀਏ, ਤਾਂ ਔਂਕੜ ਸਿਹਾਰੀਆਂ ਦਾ ਖਿਆਲ ਰੱਖਣਾ, ਤਾਂ ਕਿ ਉਹਨਾਂ ਦੇ ਨਾਲ ਹੀ ਫਿਰ ਸਾਨੂੰ ਗੁਰਬਾਣੀ ਦੇ ਜਿਹੜੇ ਅਰਥ ਨੇ ਉਹ ਸਮਝ ਆਉਣਗੇ ਸਹੀ ਤਰੀਕੇ ਨਾਲ। ਇਸੇ ਕਰਕੇ ਮੈਂ ਤੁਹਾਡੇ ਨਾਲ ਵਿਆਕਰਣ ਦੀ ਸਾਂਝ ਪਾ ਰਿਹਾ।